traditional bathrooms and plumbing products at competitive prices. Top quality products and a top quality service. Allenby Heating and Plumbing, 229-2231, Allenby Road, South Hall. Phone 0208 575 3756. तू सम्राट बड़ा मेरी मत थोड़िया तू सम्राट बड़ा। साध संगत जी सानू बड़ा एक बड़ी किस्मत वाला मौका मिलिया है कि इत्थे असी वो प्रोजेक्ट डिस्कस कर रहे हैं जो कि भविष्यत कौम वास्ते आने वाली पीढ़ी वास्ते एक बहुत बड़ा योगदान होएगा, जिस दे विच धन गुरु गोबिंद सिंह जी महाराज ने अपना पिता वारिया, माता वारी, 4 साहबजादे वारते, जिसने सारा परिवार वार दिता। तो गुरमुखो पैसे नहीं असी वार दे सकते, अगर असी शहीदियाँ नहीं करा सकते, अगर कौम लिए कोई कुर्बानी होर नहीं कर सकते तो कम से कम अपना दसवंध भी नहीं कट सकते। Hello and welcome to Gill Insurance Sweet Deals promotion, offering a price beat promise up to 10% of your renewal premiums guaranteed for shops, landlord properties, professional liability, surgeries and offices, tradesmen's insurance and gurdwaras. Don't be bitter, get Gill Insurance Sweet Deals today. Call 01234 353 168. Terms and conditions apply, so please visit the website for more information. Gill Insurance, protecting you from the unexpected. अगर तुसी कोई दुकान या घर बेचना या खरीदना होवे, किराए ते लेना या देना होवे ता होम सीकर्स ते आओ। Also at Home Seekers we have in-house residential, commercial EPC and full maintenance service. ਅਸੀਂ rent guarantee भी करते हैं। Come and meet Randhawa Brothers and a very experienced team at Home Seekers. Number 6 Sussex Road, South Hall, Middlesex. Call 0208 574 0012 or visit our website. For all your property needs, come to Home Seekers. We'll take care of it. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ। ਸੰਗਤ ਟੀਵੀ ਦੇ ਦਰਸ਼ਕੋ, ਆਪ ਜੀ ਦੀ ਸੇਵਾ ਵਿੱਚ ਪ੍ਰੋਗਰਾਮ ਬੇਗਮਪੁਰਾ ਲੈ ਕੇ ਅੱਜ ਫਿਰ ਆਪ ਜੀ ਦਾ ਵੀਰ CS ਗੁਰੂ ਆਇਆ ਹੈ। ਅਸੀਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ ਤੇ ਅਬਰਾਡ ਉਹਨਾਂ ਦੇ ਪ੍ਰਧਾਨ ਤਰਸੇਮ ਲਾਲ ਜੀ ਬਾਲੂ,
ਉਹਨਾਂ ਦੇ ਵਾਈਸ ਪ੍ਰਧਾਨ ਹਰਵਿੰਦਰ ਸਿੰਘ ਜੀ ਸਹਿਗਲ, ਉਹਨਾਂ ਦੇ ਵਾਈਸ ਪ੍ਰਧਾਨ ਭਾਈ ਸਾਹਿਬ ਡਿਪਟੀ ਮੇਅਰ ਕੌਂਸਲਰ ਤੇਜ ਰਾਮ ਜੀ ਬਾਗਾ, ਜਨਰਲ ਸਕੱਤਰ ਦੇਸਰਾਜ ਜੀ, ਕੈਸ਼ੀਅਰ ਜਸਵੀਰ ਹੀਰ ਜੀ ਅਤੇ ਸਮੁੱਚੇ ਹੀ ਪੈਨਲ ਦਾ, ਉਹਨਾਂ ਦੀ ਸਮੁੱਚੀ ਕਮੇਟੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਪ੍ਰੋਗਰਾਮ ਬੜੀ ਹੀ ਸੂਝ-ਬੂਝ ਨਾਲ ਸ਼ੁਰੂ ਕੀਤਾ ਹੈ। ਜਿੱਥੇ ਅਸੀਂ ਸ਼੍ਰੀ ਗੁਰੂ ਰਵਿਦਾਸ ਸਭਾ UK ਯੂਰਪ ਅਬਰੋਡ ਦੇ ਧੰਨਵਾਦੀ ਹਾਂ, ਉੱਥੇ ਸੰਗਤ TV ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਬਹੁਤ ਹੀ ਫਰਾਕ ਦਿਲ ਦਿਖਾ ਕੇ ਇਸ ਪ੍ਰੋਗਰਾਮ ਨੂੰ ਹੁੰਗਾਰਾ ਭਰਿਆ ਹੈ ਔਰ ਤੁਹਾਡੇ ਤੱਕ ਮੇਰੇ ਦਰਸ਼ਕੋ ਇਹ ਪ੍ਰੋਗਰਾਮ ਨੂੰ ਪਹੁੰਚਾਉਣ ਦਾ ਹਰ ਹੀਲਾ ਤੇ ਵਸੀਲਾ ਕਰ ਰਹੇ ਨੇ। ਪ੍ਰੋਗਰਾਮ ਕਦੇ ਸ਼ੁਰੂ ਕਰੀਏ, ਕੋਈ ਵੀ ਗੱਲ ਸ਼ੁਰੂ ਕਰੀਏ, ਬਹੁਤ ਸਾਰੀਆਂ ਉਣਤਾਈਆਂ ਰਹਿ ਜਾਣੀਆਂ ਸੁਭਾਵਿਕ ਨੇ। ਸੋ ਅਸੀਂ ਆਪ ਜੀ ਦੇ ਸੁਝਾਵਾਂ ਦੇ ਮੁਤਾਬਕ ਜਿਹੜੀਆਂ ਵੀ ਸਾਡੇ ਕੋਲੋਂ ਘਾਟਾਂ ਆਪ ਦੱਸਦੇ ਹੋ ਉਹਨਾਂ ਨੂੰ ਅਸੀਂ ਜ਼ਰੂਰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਫਿਰ ਵੀ ਘਾਟਾਂ ਰਹਿ ਜਾਣੀਆਂ ਕੁਦਰਤੀ ਨੇ। ਅੱਜ ਪ੍ਰੋਗਰਾਮ, ਇਸ ਪ੍ਰੋਗਰਾਮ ਦੇ ਵਿੱਚ ਸਾਡੇ ਦੋ ਮਹਿਮਾਨ, ਜਿਵੇਂ ਕਿ ਅਕਸਰ ਆਪ ਦੇਖਦੇ ਹੋ, ਉਹ ਮਹਿਮਾਨ ਸਾਡੇ ਇਸ ਬੇਗਮਪੁਰਾ ਪ੍ਰੋਗਰਾਮ ਦੇ ਵਿੱਚ ਆਇਆ ਕਰਦੇ ਨੇ ਜਿਹੜੇ ਕੌਮ ਦੇ ਵਿੱਚ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਔਰ ਨਿਰੰਤਰ ਸੇਵਾ ਕਰਦੇ ਆ ਰਹੇ ਨੇ ਔਰ ਜਿਨ੍ਹਾਂ ਨੇ ਗੁਰਬਾਣੀ ਦੇ ਨਾਲ ਹਰ ਕਦਮ ਤੇ ਗੁਰਬਾਣੀ ਦੇ ਨਾਲ ਪੂਰੀ ਤਰ੍ਹਾਂ ਗੁਰਬਾਣੀ ਨੂੰ ਸਮਰਪਿਤ ਹੋਏ ਨੇ। ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਦੇ ਉੱਤੇ ਪ੍ਰਚਾਰ ਕਰਦਿਆਂ, ਮਿਸ਼ਨ ਦੇ ਉੱਤੇ ਪ੍ਰਚਾਰ ਕਰਦਿਆਂ, ਗੁਰਬਾਣੀ ਦਾ ਪ੍ਰਚਾਰ ਕਰਦਿਆਂ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਤੇ ਆਪਣੇ ਗੈਸਟਾਂ ਨਾਲ ਆਪ ਜੀ ਨੂੰ ਮਿਲਾਉਣਾ ਚਾਹਾਂਗਾ। ਭਾਵੇਂ ਤੁਸੀਂ ਇਹਨਾਂ ਗੈਸਟਾਂ ਨੂੰ ਕਈ ਵਾਰੀ ਕਈ ਪ੍ਰੋਗਰਾਮਾਂ 'ਚ ਵੀ ਮਿਲ ਚੁੱਕੇ ਹੋਵੋਗੇ, ਪਰ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਮੇਰੇ ਭੈਣ ਭਰਾਵਾਂ ਨੇ ਹੁਣੇ ਟੈਲੀਵਿਜ਼ਨ ਔਨ ਕੀਤਾ ਹੈ UK ਦੇ ਵਿੱਚ, ਯੂਰਪ ਦੇ ਵਿੱਚ, ਅਬਰੋਡ ਦੇ ਵਿੱਚ, ਜਾਂ ਮੇਰੇ ਭੈਣ ਭਰਾ ਜਿਹੜੇ ਇੰਟਰਨੈੱਟ 'ਤੇ ਸਾਰੀ ਦੁਨੀਆ 'ਚ ਇਹ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਨੂੰ ਮੈਂ ਆਪਣੇ ਮਹਿਮਾਨਾਂ ਦੇ ਰੂਬਰੂ ਕਰਾਵਾਂ ਅਤੇ ਗੱਲ ਨੂੰ ਅੱਗੇ ਤੋਰਨ ਵਾਸਤੇ ਕਈ ਵਿਸ਼ਿਆਂ ਦੇ ਉੱਤੇ ਜਿਹੜੀਆਂ ਅਸੀਂ ਗੱਲਾਂ ਕਰਨੀਆਂ ਚਾਹੁੰਦੇ ਹਾਂ, ਪਰ ਇੱਕ ਵਿਸ਼ਾ ਲੈ ਕੇ ਆਪ ਜੀ ਦੇ ਨਾਲ ਹਰ ਵਿਚਾਰ ਸਾਂਝੀ ਕਰਾਂਗੇ। ਥੋੜ੍ਹੇ ਜਿਹੇ ਹੋਰ ਪ੍ਰੋਗਰਾਮਾਂ ਤੋਂ ਬਾਅਦ ਆਪ ਜੀ ਦੀਆਂ ਕਾਲਾਂ ਲਈਆਂ ਜਾਣਗੀਆਂ, ਆਪ ਜੀ ਦੇ ਵਿਚਾਰ ਸੁਣੇ ਜਾਣਗੇ ਅਤੇ ਆਪ ਜੀ ਦੇ ਵਿਚਾਰ ਸੰਗਤਾਂ ਤੱਕ ਪਹੁੰਚਾਏ ਜਾਣਗੇ। ਇਹ ਸੰਗਤਾਂ ਦਾ ਟੈਲੀਵਿਜ਼ਨ ਹੈ, ਸੰਗਤਾਂ ਲਈ ਹੈ ਅਤੇ ਸੰਗਤਾਂ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਇਸ ਚੈਨਲ ਦੇ ਉੱਤੇ। ਸੋ ਜੇ ਮੈਂ ਆਪਣੇ ਇਸ ਪਾਸੇ ਤੋਂ ਗੱਲ ਸ਼ੁਰੂ ਕਰਾਂ, ਮੇਰੇ ਨਾਲ ਬੈਠੇ ਨੇ ਭਾਈ ਸਾਹਿਬ ਸੋਹਣ ਸਿੰਘ ਜੀ ਪ੍ਰਪੱਗਾ, ਜਿਹੜੇ ਕਿ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਰਮਿੰਘਮ ਦੇ ਵਾਈਸ ਪ੍ਰਧਾਨ ਦੇ ਤੌਰ 'ਤੇ ਜ਼ਿੰਮੇਵਾਰੀ ਨੂੰ ਨਿਭਾ ਰਹੇ ਨੇ ਅਤੇ ਲੰਬੇ ਸਮੇਂ ਤੋਂ ਵੱਖ-ਵੱਖ ਜ਼ਿੰਮੇਵਾਰੀਆਂ 'ਤੇ ਰਹੇ ਨੇ, ਚਾਹੇ ਉਹ ਧਾਰਮਿਕ ਜ਼ਿੰਮੇਵਾਰੀਆਂ ਹੋਣ, ਚਾਹੇ ਉਹ ਸਮਾਜਿਕ ਜ਼ਿੰਮੇਵਾਰੀਆਂ ਹੋਣ। ਉਹਨਾਂ ਨੇ ਪੂਰੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਦੇ ਉੱਤੇ ਰਹਿ ਕੇ ਸਮਾਜ ਦੀ ਸੇਵਾ ਕਰਨ ਲਈ ਪਹਿਰਾ ਦਿੱਤਾ ਹੈ। ਅੱਜ ਵੀ ਤਤਪਰ ਨੇ, ਨਿਰੰਤਰ ਸੇਵਾ ਕਰਦੇ ਆ ਰਹੇ ਨੇ ਅਤੇ ਇਹਨਾਂ ਦੀ ਜਿਹੜੀ ਇੱਕ ਹੋਰ ਖਾਸੀਅਤ ਹੈ, ਇਹ ਬਹੁਤ ਵਧੀਆ ਲਿਖਾਰੀ ਨੇ ਔਰ ਤੁਸੀਂ ਇਹਨਾਂ ਦੇ ਆਰਟੀਕਲ ਪੜ੍ਹਦੇ ਰਹਿੰਦੇ ਹੋ ਵੱਖ-ਵੱਖ ਪੇਪਰਾਂ ਦੇ ਵਿੱਚ। ਇਹ ਬਹੁਤ ਸਾਰੇ ਸਮਾਜਿਕ ਇਸ਼ੂਆਂ ਨੂੰ, ਧਾਰਮਿਕ ਇਸ਼ੂਆਂ ਨੂੰ ਬੜਾ ਨੇੜੇ ਹੋ ਕੇ ਦੇਖਦੇ ਨੇ, ਲਿਖਦੇ ਨੇ। ਭਾਈ ਸਾਹਿਬ ਜੀ ਪ੍ਰਪੱਗਾ ਸਾਹਿਬ, ਆਪ ਜੀ ਨੂੰ ਜੀ ਆਇਆਂ। ਆਪ ਜੀ ਨੇ ਸਮਾਂ ਕੱਢਿਆ ਸਾਡੇ ਸਾਰੇ ਦਰਸ਼ਕਾਂ ਦੇ ਲਈ ਔਰ ਜਿੱਥੇ ਸ਼੍ਰੀ ਗੁਰੂ ਰਵਿਦਾਸ ਸਭਾ UK ਯੂਰਪ ਅਤੇ ਅਬਰੋਡ ਵੱਲੋਂ ਮੈਂ ਆਪ ਜੀ ਦਾ ਧੰਨਵਾਦੀ ਹਾਂ, ਉੱਥੇ ਸੰਗਤ TV ਵੱਲੋਂ ਆਪ ਜੀ ਨੂੰ ਜੀ ਆਇਆਂ। ਆਪ ਦਾ ਵੀ ਗੁਰੂ ਜੀ ਸਾਥ ਸੰਗਤ TV ਦਾ, ਜਿਨ੍ਹਾਂ ਨੇ ਵਾਕਿਆ ਸੰਗਤ ਦੇ ਵਿੱਚ ਸਾਰੇ ਹੀ ਆਉਂਦੇ, ਨਹੀਂ ਸਾਰੀ ਸੰਗਤ ਨੂੰ ਜੋੜ ਰਹੇ ਆ ਅਤੇ ਵਾਕਿਆ ਵਧਾਈ ਦੇ ਪਾਤਰ। ਥੈਂਕ ਯੂ। ਮੇਰੇ ਦਰਸ਼ਕੋ, ਜਦੋਂ ਤੁਸੀਂ ਕਦੇ ਕੋਈ ਐਲਬਮ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਦੇ ਬਾਰੇ, ਪਿਛਲੇ ਸਮਿਆਂ ਵਿੱਚ ਢਾਡੀਆਂ ਦੀ ਐਲਬਮ ਦਾ ਕਦੇ ਜ਼ਿਕਰ ਛਿੜਿਆ ਹੋਵੇ ਤਾਂ ਇੱਕ ਨਾਂ ਉੱਭਰ ਕੇ ਸਾਹਮਣੇ ਆਇਆ, ਉਹ ਹੈ ਭਾਈ ਸਾਹਿਬ ਚਰਨ ਸਿੰਘ ਜੀ ਬੋਪਾ ਰਾਏ। ਅਤੇ ਜੇ ਗੀਤਾਂ ਦੀ ਐਲਬਮ ਬਾਰੇ ਗੱਲ ਜ਼ਿਕਰ ਚੱਲਿਆ ਤਾਂ ਵੀ ਉਹਨਾਂ ਦਾ ਜ਼ਿਕਰ ਜ਼ਰੂਰ ਛਿੜਿਆ, ਕਿਉਂਕਿ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਰਬਪੱਖੀ ਅਧਿਐਨ ਨੂੰ ਲੈ ਕੇ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਤੇ ਸਮੁੱਚੇ ਤੌਰ 'ਤੇ ਗੁਰਬਾਣੀ ਦੀ ਗੱਲ ਕੀਤੀ ਹੈ, ਗੁਰਬਾਣੀ ਦੇ ਨਾਲ ਜੁੜਨ ਦੀ ਗੱਲ ਕੀਤੀ ਹੈ, ਗੁਰਬਾਣੀ ਦੇ ਨਾਲ ਜੋੜਨ ਦੀ ਗੱਲ ਕੀਤੀ ਹੈ। ਉਹਨਾਂ ਨੇ ਵੱਖ-ਵੱਖ ਲੇਖ ਉਹ ਹਰ ਪੇਪਰਾਂ ਦੇ ਵਿੱਚ ਵੱਖ-ਵੱਖ ਟਾਈਮ 'ਤੇ ਲਿਖਦੇ ਰਹਿੰਦੇ ਨੇ। ਉਹਨਾਂ ਦੀ ਇੱਕ ਕਿਤਾਬ ਵੀ ਆਪ ਜੀ ਨੇ
ਪੜ੍ਹੀ ਹੋਵੇਗੀ ਤੇ ਅੱਜ ਕੱਲ੍ਹ ਉਹ ਇੱਕ ਫਿਲਮ ਬਣਾ ਰਹੇ ਨੇ। ਸੋ ਜਿੱਥੇ ਉਹ ਇੱਕ ਲਿਖਾਰੀ ਦੇ ਤੌਰ ਤੇ ਸਮਾਜ ਵਿੱਚ ਵਿਚਰ ਰਹੇ ਨੇ, ਮੇਰੇ ਦਰਸ਼ਕੋ, ਉੱਥੇ ਉਹਨਾਂ ਦੀ ਗੁਰੂ ਘਰ ਨਾਲ ਸੇਵਾ ਵੀ ਅਣਥੱਕ ਸੇਵਾ ਕਰ ਰਹੇ ਨੇ ਔਰ ਵੱਖ-ਵੱਖ ਜ਼ਿੰਮੇਵਾਰੀਆਂ ਦੇ ਉੱਤੇ ਉਹਨਾਂ ਨੇ ਸੇਵਾ ਨਿਭਾਈ ਹੈ, ਚਾਹੇ ਉਹ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ, ਅਬਰੋਡ ਦੇ ਵਿੱਚ ਹੋਵੇ ਜਾਂ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਰਮਿੰਘਮ ਵਿਖੇ ਹੋਵੇ। ਉਹਨਾਂ ਨੇ ਵੱਖ-ਵੱਖ ਜਿਹੜੀ ਵੀ ਉਹਨਾਂ ਨੂੰ ਸੇਵਾ ਸੌਂਪੀ ਗਈ ਉਹਦੇ 'ਤੇ ਉਹਨਾਂ ਨੇ ਬਿਲਕੁਲ ਪਹਿਰਾ ਦਿੱਤਾ। ਸੋ ਬੋਪਰਾ ਜੀ, ਆਪ ਜੀ ਨੂੰ ਜੀ ਆਇਆਂ ਸੰਗਤ TV ਵੱਲੋਂ, ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ ਤੇ ਅਬਰੋਡ ਵੱਲੋਂ, ਤੇ ਖਾਸ ਕਰਕੇ ਮੇਰੇ ਵੱਲੋਂ ਤੁਹਾਨੂੰ ਦੋਹਾਂ ਨੂੰ ਜੀ ਆਇਆਂ। ਗੁਰੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਸੰਗਤਾਂ ਰੂ ਕੀਤਾ ਔਰ ਸੰਗਤ TV ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਸਾਰਿਆਂ ਦੇ ਵਿਚਾਰ ਲੋਕਾਂ ਤਾਈਂ ਸੰਗਤ ਤਾਈਂ ਪਹੁੰਚਾਉਣ ਦਾ ਬੀੜਾ ਚੁੱਕਿਆ। ਔਰ UK ਸਭਾ, ਸ਼੍ਰੀ ਗੁਰਦਾਸ UK ਸਭਾ, ਯੂਰਪ ਅਬਰੋਡ, ਇਹ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਕਿ ਬੇਗਮਪੁਰਾ ਜਿਹੜਾ ਪ੍ਰੋਗਰਾਮ ਹੈ ਟੇਕ ਓਵਰ ਕੀਤਾ ਔਰ ਇਸ ਨੂੰ ਬਹੁਤ ਅੱਛੇ ਤਰੀਕੇ ਨਾਲ ਚਲਾ ਰਹੇ ਹੈ ਔਰ ਅੱਗੇ ਤੋਂ ਵਿਆਸ ਕਰਦੇ ਹਾਂ ਵੀ ਇਸ ਤੋਂ ਵੀ ਅੱਛੇ ਪ੍ਰੋਗਰਾਮ ਲੈ ਕੇ ਆਉਣਗੇ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਬੋਪਰਾ ਜੀ। ਮੇਰੇ ਦਰਸ਼ਕੋ, ਜੇ ਆਪਾਂ ਗੱਲ ਅੱਗੇ ਤੋਰੀਏ, ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਨੂੰ ਕੁਝ ਫਾਰਮਲ ਪ੍ਰੋਗਰਾਮ ਦੇਣੇ ਪਏ ਕਿਉਂਕਿ ਬੜਾ ਜ਼ਰੂਰੀ ਸੀ ਦੱਸਣਾ ਕਿ ਸ਼੍ਰੀ ਗੁਰੂ ਰਵਿਦਾਸ ਸਭਾ UK ਕੀ ਹੈ ਤੇ ਸਾਡਾ ਬੇਗਮਪੁਰਾ ਜਿਸ ਨਾਂ ਥੱਲੇ ਪ੍ਰੋਗਰਾਮ ਰੱਖਿਆ ਗਿਆ ਉਹਦਾ ਸੰਕਲਪ ਕੀ ਹੈ, ਉਹਦੀ ਵਿਚਾਰਧਾਰਾ ਕੀ ਹੈ। ਉਹਦੀ ਵਿਚਾਰਧਾਰਾ ਗੁਰਬਾਣੀ ਤੋਂ ਅੱਡ ਨਹੀਂ ਹੈ, ਗੁਰਬਾਣੀ ਦੇ ਵਿੱਚ ਹੈ। ਕਾਂਚੀ ਜੀ ਤੋਂ ਲੈ ਕੇ, ਅਗਰ ਅਸੀਂ ਕਾਂਚੀ ਤੋਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਤੋਂ ਗੱਲ ਸ਼ੁਰੂ ਕਰੀਏ ਤਾਂ ਅਨੰਦਪੁਰ ਸਾਹਿਬ ਤੋਂ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਬਾਟਾ ਤਿਆਰ ਕਰਨ ਤੱਕ ਉਹੀ ਵਿਚਾਰਧਾਰਾ ਚੱਲੀ ਆ ਰਹੀ ਹੈ। ਸੋ ਅਸੀਂ ਜਿੱਥੇ ਇਹ ਪ੍ਰੋਗਰਾਮ ਮੇਰੇ ਦਰਸ਼ਕੋ ਸ਼ੁਰੂ ਕਰਕੇ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ, ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਪਣੇ ਨਿੱਜੀ ਸਵਾਰਥਾਂ ਤੋਂ, ਮਤਭੇਦਾਂ ਤੋਂ ਉੱਤੇ ਉੱਠ ਕੇ ਸਮਾਜ ਵਿੱਚ ਪਈਆਂ ਵੰਡੀਆਂ, ਸਮਾਜ ਵਿੱਚ ਪਈਆਂ ਕੁਰੀਤੀਆਂ, ਉਹਨਾਂ ਨੂੰ ਅਸੀਂ ਖਤਮ ਕਰਨਾ ਹੈ ਤੇ ਅਸੀਂ ਇੱਕ ਭਾਈਚਾਰਕ ਸਾਂਝ ਦਾ ਸੁਨੇਹਾ ਦੇਣਾ ਹੈ ਅਤੇ ਸੁਨੇਹੇ 'ਤੇ ਪਹਿਰਾ ਦੇਣਾ ਹੈ। ਸਮੁੱਚੇ ਤੌਰ 'ਤੇ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਓਟ ਆਸਰਾ ਲੈਣਾ ਹੈ ਤੇ ਉਸ ਦੀ ਬਾਣੀ ਦੇ ਨਾਲ ਜੁੜ ਕੇ ਉਸ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣਾ ਹੈ। ਤਾਂ ਹੀ ਅਸੀਂ ਕਹਿ ਸਕਾਂਗੇ ਅਸੀਂ ਗੁਰੂ ਰਵਿਦਾਸ ਜੀ ਮਹਾਰਾਜ ਦੇ ਸੱਚੇ ਤੇ ਸੁੱਚੇ ਸ਼ਰਧਾਲੂ ਹਾਂ। ਤਾਂ ਹੀ ਅਸੀਂ ਕਹਿ ਸਕਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਤੌਰ 'ਤੇ ਸਮਰਪਿਤ ਹੈ। ਪਰ ਪੱਗਾ ਜੀ, ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਗੱਲ 600 ਸਾਲ ਪਹਿਲਾਂ ਦੀ ਸ਼ੁਰੂ ਹੋ ਗਈ, ਪਰ ਇਹਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਅਦ ਵੱਖ-ਵੱਖ ਜੋਤਾਂ ਨੇ ਉਸ ਗੱਲ ਨੂੰ ਅੱਗੇ ਤੋਰਦੇ ਆਏ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਉਹਨਾਂ ਨੇ ਸਾਰੀਆਂ ਜੋਤਾਂ ਨੂੰ ਬਿਠਾ ਕੇ ਇੱਕ ਸਾਡੇ ਲਈ ਜਹਾਜ਼ ਤਿਆਰ ਕਰ ਦਿੱਤਾ। ਉਸ ਜਹਾਜ਼ ਤੋਂ ਬਾਅਦ ਬਹੁਤ ਸਾਰੀ ਗਰੀਬੀ ਦੇ ਕਾਰਨ ਜਾਂ ਬਹੁਤ ਸਾਰੇ ਧਾੜਵੀਆਂ ਦੇ ਹਿੰਦੁਸਤਾਨ ਦੇ ਉੱਤੇ ਰਾਜ ਕਰਨ ਦੇ ਕਾਰਨ ਬਹੁਤ ਸਾਰਾ ਕੁਝ ਡਿਵੈਲਪ ਨਹੀਂ ਹੋ ਸਕਿਆ। ਪਰ ਜੇ ਅਸੀਂ ਆਜ਼ਾਦੀ ਦੀ ਗੱਲ ਕਰੀਏ, ਭਾਰਤ ਦੀ ਆਜ਼ਾਦੀ ਦੀ ਗੱਲ ਕਰੀਏ ਤਾਂ 1947 ਤੋਂ ਬਾਅਦ ਜਦੋਂ ਆਜ਼ਾਦੀ ਮਿਲੀ ਹੈ ਤਾਂ ਉਹਦੇ ਨਾਲ ਕਈ ਤਰ੍ਹਾਂ ਦੀਆਂ ਸਾਡੀਆਂ ਜਿਹੜੀਆਂ ਸਾਨੂੰ ਖੁੱਲ੍ਹ ਖੇਲਾਂ ਮਿਲੀਆਂ, ਜਿਹਦੇ 'ਚ ਕੁਝ ਤਬਦੀਲੀਆਂ ਆਈਆਂ, ਕੁਝ ਪਰਿਵਰਤਨ ਆਏ। ਉਹਨਾਂ ਪਰਿਵਰਤਨਾਂ ਨੂੰ ਦੇਖ ਕੇ ਜੇ ਅਸੀਂ ਦੇਖੀਏ ਤਾਂ ਜੇ ਅਸੀਂ ਇਸ ਵਿਚਾਰਧਾਰਾ ਦੀ ਗੱਲ ਕਰੀਏ ਤਾਂ ਤੁਹਾਡੇ ਹਿਸਾਬ ਨਾਲ ਕਿੰਨੀ ਕੁ ਤਰੱਕੀ ਹੋਈ ਹੈ ਸਮਾਜਿਕ ਤੌਰ 'ਤੇ, ਧਾਰਮਿਕ ਤੌਰ 'ਤੇ, ਰਾਜਨੀਤਿਕ ਤੌਰ 'ਤੇ ਤੇ ਆਰਥਿਕ ਤੌਰ 'ਤੇ ਸਾਡੇ 'ਚ ਕਿੰਨੀ ਕੁ ਇਹ ਤਰੱਕੀ ਵੱਲ ਅਸੀਂ ਵੱਧ ਸਕੇ? ਗੁਰੂ ਜੀ, ਪਹਿਲਾਂ ਤਾਂ ਜੈ ਗੁਰਦੇਵ ਸਾਰਿਆਂ ਨੂੰ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਤੇ ਸਭ ਤੋਂ ਪਹਿਲਾਂ ਤਾਂ ਮੈਂ ਕਹਿੰਦਾ ਸਾਡੇ ਜੇ ਮਹਾਰਾਜ ਦੀ ਜਿਹੜੀ ਬਾਣੀ ਆ ਜੀ, ਇਹ ਤੁਹਾਨੂੰ ਪਤਾ ਜਿਹੜਾ ਵਿਪਰ ਸੀਗੇ ਉਹਨਾਂ ਨੇ ਤਾਂ ਚਾਹੁੰਦੇ ਨਹੀਂ ਸੀ, ਉਹਨੇ ਸਾਡਾ ਹਿਸਟਰੀ ਸਾਰੀ ਡਿਸਟਰੋਏ ਕਰ ਦੇਣੀ ਸੀ। ਪਹਿਲੀ ਪਾਤਸ਼ਾਹੀ ਦੇਖੋ ਕਿੱਥੇ ਗਏ ਜਾ ਕੇ, ਮੈਂ ਬੁੱਕਾਂ ਵੀ ਪੜ੍ਹੀਆਂ ਕਈ, ਦਲਗੀਰ ਸਾਹਿਬ ਸੀਗੇ ਉਹਨਾਂ ਦੀ ਬੁੱਕ ਪੜ੍ਹੀ ਆ। ਉਹ ਕਹਿੰਦੇ ਮਹਾਰਾਜ ਪਹਿਲਾਂ ਮਹਾਰਾਜ ਕਬੀਰ ਸਾਹਿਬ ਕੋਲ ਗਏ ਤੇ ਉੱਥੇ ਨੂੰ ਗੱਲ ਨਹੀਂ ਕਿਹਾ ਵੀ ਅਸੀਂ ਅੱਜ ਕੱਲ੍ਹ ਮੈਂ ਨਾਂ ਸੁਣਿਆ ਮਹਾਰਾਜ ਰਵਿਦਾਸ ਜੀ ਦਾ, ਮੈਂ ਉਹਨਾਂ ਨੂੰ ਵੀ ਦਰਸ਼ਨ ਕਰਨੇ ਚਾਹੁੰਦਾ। ਉਹ ਕਹਿੰਦੇ ਮਹਾਰਾਜ ਉਹਨਾਂ ਦੀ ਤਾਂ ਕੀ ਆ, ਤੇ ਉਹ ਫਿਰ ਉੱਥੇ ਗਏ, ਉਹਨਾਂ ਨੇ ਉਹਦੀ ਬਾਣੀ ਲਈ, ਦੇਖੋ ਨਹੀਂ ਹਿੱਕ ਨਾਲ ਲਾ ਕੇ ਰੱਖੀ, ਉਹਨੂੰ ਗਾਇਆ ਵੀ ਮਹਾਰਾਜ ਨੇ। ਤੇ ਅਸੀਂ ਤਾਂ ਬੜੇ, ਮੈਂ ਤਾਂ ਕਹਿੰਦਾ ਫਖਰ ਨਾਲ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬਾਣੀ ਆ, ਪਹਿਲਾਂ ਵੀ ਇਹ ਰਹਿੰਦੀ ਦੁਨੀਆ 'ਤੇ ਰਹਿਣੀ ਆ। ਇਹ ਅਸੀਂ ਇਹਦਾ ਮੇਰਾ ਖਿਆਲ ਕੋਈ ਦੇਣਾ ਨਹੀਂ ਦੇ ਸਕਦਾ ਇਹਦਾ। ਤੇ ਦੂਜੀ ਜਿਹੜੀ ਆ ਤਰੱਕੀ ਵੀ ਹੋਈ ਆ ਬਹੁਤ ਜ਼ਿਆਦਾ। ਮੈਂ ਤਾਂ ਕਹਿੰਦਾ ਜਾਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਸੁਣੀ ਦੀਆਂ ਸੀ ਜੀ, ਵੀ ਵਿਚਾਰਿਆਂ ਨੇ ਕਿੰਨੇ ਔਖੇ ਟਾਈਮ ਕੱਟੇ। ਬਿਲਕੁਲ, ਉਹ ਕੋਈ ਇਨਸਾਨੀਅਤ ਦੀ ਜ਼ਿੰਦਗੀ ਨਹੀਂ। ਹੁਣ ਤਾਂ ਇੰਨਾ ਟਾਈਮ ਐਡਵਾਂਸ ਆ ਗਿਆ ਤੇ ਸਾਡੀ ਕੌਮ ਹਰ ਇੱਕ ਪਾਸੇ ਤਰੱਕੀ ਕਰ ਰਹੀ ਹੈ। ਬਿਲਕੁਲ, ਸਪੈਸ਼ਲੀ ਮੈਂ ਪੰਜਾਬ ਬਾਰੇ ਗੱਲ ਕਰ ਸਕਦਾ। ਤੇ ਜਾਤ ਪਾਤ ਖਤਮ ਆ, ਛੂਆ ਛਾਤ ਖਤਮ ਆ ਸਾਰੀ। ਜਾਤ ਪਾਤ ਹੈ ਥੋੜ੍ਹੀ ਬਹੁਤ, ਇਹ ਵੀ ਮਿਟ ਜਾਏਗੀ।
ਤੇ ਮੈਂ ਬਹੁਤ ਖੁਸ਼ ਹਾਂ। ਸਾਡੇ ਨਿਆਣੇ ਕਿੰਨੇ ਪੜ੍ਹੇ ਲਿਖੇ ਆ, ਵੱਡੀਆਂ ਵੱਡੀਆਂ ਪੋਸਟਾਂ ਤੇ ਆ, ਪੋਲੀਟਿਕਸ ਵੀ ਹੈਗੇ, ਤੇ ਇਹ ਬੜੀ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਜੀ। ਪਰ ਭਗਤ ਸਾਹਿਬ ਜੇ ਅਸੀਂ ਗੱਲ ਕਰਦੇ ਹਾਂ ਵੀ ਦੇਖੋ, ਜੇ ਸਾਨੂੰ 3 ਯੁੱਗ ਜਿਹੜੇ ਆ ਉਹ ਕਿਸੇ ਪਾਸਿਓਂ ਵੀ ਕਿਸੇ ਨੂੰ ਵੀ ਬਰਾਬਰਤਾ ਨਹੀਂ ਮਿਲ ਸਕੀ। 4 ਯੁੱਗ ਦੀ ਵੀ ਗੱਲ ਕਰ ਲਈਏ, ਜੇ ਅਸੀਂ ਇਸ ਕੋ ਯੁੱਗ ਨੂੰ ਕਹਿੰਦੇ ਵੀ ਇਹ ਕਲਯੁੱਗ ਹੈ, ਤਾਂ ਮੈਂ ਸਮਝਦਾ ਵੀ ਇਹ ਸਤਯੁੱਗ ਹੈ, ਕਿਉਂਕਿ ਇਹਦੇ ਵਿੱਚ ਐਜੂਕੇਸ਼ਨ ਦਾ ਪਸਾਰ ਹੋਇਆ, ਇਹਦੇ ਵਿੱਚ ਧਾਰਮਿਕ ਅਦਾਰਿਆਂ ਦਾ, ਧਾਰਮਿਕ ਅਸਥਾਨਾਂ ਦਾ ਪਸਾਰ ਹੋਇਆ। ਜਿਨ੍ਹਾਂ ਵਰਗਾਂ ਨੂੰ, ਬਹੁਤ ਸਾਰੇ ਵਰਗ ਇਹੋ ਜਿਹੇ ਸਮਾਜ ਦੇ ਵਿੱਚ ਹੈ ਜਿਨ੍ਹਾਂ ਦੇ ਮਨੂਵਾਦੀ ਸੋਚ ਨੇ ਉਹਨਾਂ ਨੂੰ ਉਹਦੇ ਨੇੜੇ ਨਹੀਂ ਆਉਣ ਦਿੱਤਾ। ਪਰ ਅੱਜ ਉਹ ਸਮਾਂ ਆ ਕਿ ਆਪਣੇ ਟਾਊਨਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਪਿੰਡਾਂ ਦੇ ਵਿੱਚ ਗੁਰੂ ਘਰ ਨੇ, ਜਿੱਥੇ ਸਵੇਰੇ ਸ਼ਾਮ ਤੇ ਇੱਦਾਂ ਕਹਿ ਲਈਏ ਵੀ ਹਰ ਰੋਜ਼ ਉੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ। ਉਸ ਗੁਰਬਾਣੀ ਦਾ ਜਿਹਨੂੰ ਅਸੀਂ ਕਹਿੰਦੇ ਤੁਰਕੀ ਬਾਣੀ ਆਈ ਤਿਨ ਸਗਲੀ ਚਿੰਤ ਮਚਾਈ, ਉਹ ਇੱਕ ਚਿੰਤ ਨਹੀਂ ਸਗਲੀ ਸਾਰੀਆਂ ਚਿੰਤਾਂ ਮਿਟਾ ਦਿੱਤੀਆਂ। ਸੋ ਬੋਪਰ ਰਾਏ ਜੀ, ਜੇ ਜਿੱਦਾਂ ਪਰਪੱਗਾ ਜੀ ਨੇ ਗੱਲ ਕੀਤੀ ਆ, ਇਹਨਾਂ ਨੇ ਕਿਹਾ ਕਿ ਸਾਡਾ ਗੁਰਬਾਣੀ ਤੋਂ ਬਿਨਾਂ ਕੋਈ ਹੋਰ ਦੂਸਰਾ ਨਹੀਂ, ਔਰ ਇਹ ਬੜੇ ਇਸ ਗੱਲ 'ਤੇ ਫਖਰ ਨਾਲ ਇਹ ਗੱਲ ਕਹਿੰਦੇ ਆ ਕਿ ਅਗਰ ਅਸੀਂ ਇਸ ਚੀਜ਼ ਨੂੰ ਅੱਗੇ ਸਾਡੀ ਤਰੱਕੀ ਹੋਈ ਆ ਤਾਂ ਇਸ ਸਮਾਨਤਾ ਬਰਾਬਰਤਾ ਕਰਕੇ। ਪਰ ਤੁਸੀਂ ਜੇ ਤੁਹਾਨੂੰ ਇੱਕ ਗੱਲ ਪੁੱਛੀਏ ਕਿ ਜਿਹੜੀ ਗੁਰਬਾਣੀ ਨੂੰ ਕਿਉਂ ਮੰਨਣਾ ਚਾਹੀਦਾ, ਕੀ ਸਿਰਫ ਇਸੇ ਕਰਕੇ ਵੀ ਸਾਨੂੰ ਸਮਾਨਤਾ ਮਿਲੀ ਆ, ਕੀ ਕਿਉਂ ਮੰਨਣਾ ਚਾਹੀਦਾ ਗੁਰਬਾਣੀ ਨੂੰ? ਗੁਰੂ ਸਾਹਿਬ, ਸਭ ਤੋਂ ਪਹਿਲਾਂ ਸਮੂਹ ਸਰੋਤਿਆਂ ਨੂੰ ਜੈ ਗੁਰਦੇਵ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰੂ ਸਾਹਿਬ ਬਹੁਤ ਹੀ ਵਧੀਆ ਸਵਾਲ ਕੀਤਾ ਕਿ ਗੁਰਬਾਣੀ ਦੇ ਨਾਲ ਸਾਨੂੰ ਕਿਉਂ ਜੁੜਨਾ ਚਾਹੀਦਾ ਔਰ ਕਿਉਂ ਇਹਦੀ ਲੋੜ ਪਈ ਹੈ। ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਤੁਰਕੀ ਬਣੇ ਤਿਨ ਸਗਲੀ ਚਿੰਤ ਮਿਟਾਈ ਜੀ, ਇਹ ਜੋ ਬਾਣੀ ਸਾਡੇ ਧੁਰੋਂ ਆਈ ਆ ਜੀ, 36 ਮਹਾਂਪੁਰਸ਼ਾਂ ਦੀ ਬਾਣੀ ਹੈ ਔਰ 31 ਰਾਗਾਂ ਦੇ ਵਿੱਚ ਉਚਾਰਨ ਕੀਤੀ ਗਈ ਹੈ ਜੀ। ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚ ਦਰਜ ਹੈ ਜੀ। ਇਹ ਬਾਣੀ ਜੋ ਸਭਨਾਂ ਨੂੰ, ਸਾਨੂੰ ਕਿਸੇ ਇੱਕ ਵਰਗ ਨੂੰ ਜਾਂ ਇੱਕ ਵਿਰਸੇ, ਕਿਸੇ ਵੀ ਇੱਕ ਵਰਨ ਨੂੰ ਇਹ ਸਿੱਖਿਆ ਨਹੀਂ ਦਿੰਦੀ, ਇਹ ਸਾਰੇ ਹੀ ਜਗਤ ਨੂੰ ਇਹ ਚਾਨਣਾ ਦੇ ਰਹੀ ਹੈ। ਇੱਥੋਂ ਸਾਰੇ ਹੀ ਇੱਥੋਂ ਸਿੱਖਿਆ ਲੈ ਰਹੇ ਆ। ਜੇ ਅਸੀਂ ਭਾਰਤ ਗੁਰਬਾਣੀ ਤੋਂ ਪਹਿਲਾਂ, ਸਾਡੇ ਮਹਾਂਪੁਰਸ਼ਾਂ ਦੇ ਆਉਣ ਤੋਂ ਪਹਿਲਾਂ ਜੀ ਇਤਿਹਾਸ 'ਤੇ ਥੋੜ੍ਹੀ ਨਿਗਾਹ ਮਾਰੀਏ ਜੀ, ਤੇ ਸਾਡੇ ਇਤਿਹਾਸ ਦੇ ਵਿੱਚ, ਭਾਰਤੀ ਇਤਿਹਾਸ ਵਿੱਚ ਬਹੁਤ ਇਤਿਹਾਸ ਲਿਖਿਆ ਗਿਆ ਸੀ। ਠੀਕ ਹੈ। ਔਰ ਸਾਡਾ ਜੋ ਭਾਰਤੀ ਸਮਾਜ ਆ ਇਹ 4 ਵਰਨਾਂ ਦੇ ਵਿੱਚ ਵੰਡਿਆ ਗਿਆ ਸੀ। ਬਿਲਕੁਲ। ਬ੍ਰਾਹਮਣ, ਵੈਸ਼, ਸ਼ੂਦਰ, ਵੈਸ਼, ਖੱਤਰੀ ਔਰ ਸ਼ੂਦਰ, ਇਹ 4 ਵਰਨਾਂ 'ਚ ਵੰਡਿਆ ਗਿਆ ਸੀ। ਔਰ ਜਿਹੜੇ ਧਾਰਮਿਕ ਗ੍ਰੰਥ ਹੈ, ਵੇਦ ਸ਼ਾਸਤਰ ਆ, ਉਹਨਾਂ ਦੇ ਵਿੱਚ ਲਿਖਿਆ ਗਿਆ ਸੀ, ਖਾਸ ਕਰ ਯਜੁਰ ਵੇਦ ਦੇ ਵਿੱਚ ਲਿਖਿਆ ਕਿ ਜਿਹੜੀ ਸਾਡੀ ਸ੍ਰਿਸ਼ਟੀ ਆ ਇਹ ਬ੍ਰਹਮਾ ਨੇ ਪੈਦਾ ਕੀਤੀ ਆ, ਕਿ ਸਾਡੀ ਸ੍ਰਿਸ਼ਟੀ ਸਾਜਣ ਵਾਲੇ ਦਾ ਬ੍ਰਹਮਾ ਹੈ। ਔਰ ਬ੍ਰਹਮਾ ਦੇ ਮੂੰਹ ਵਿੱਚੋਂ ਉਹਨੇ ਕਿਹਾ ਵੀ ਬ੍ਰਾਹਮਣ ਪੈਦਾ ਹੋਇਆ, ਬਾਹਾਂ ਵਿੱਚੋਂ ਕਸ਼ਤਰੀ ਪੈਦਾ ਹੋਇਆ, ਔਰ ਪੇਟ ਵਿੱਚੋਂ ਵੈਸ਼ ਤੇ ਪੈਰਾਂ ਵਿੱਚ ਸ਼ੂਦਰ, ਔਰ ਇਹਨਾਂ ਦੇ ਵੱਖ-ਵੱਖ ਕਿੱਤੇ ਵੰਡ ਦਿੱਤੇ। ਠੀਕ ਹੈ। ਲੇਕਿਨ ਜਿਹੜੀ ਗੁਰਬਾਣੀ ਆ ਇਹਨੂੰ ਬਿਲਕੁਲ ਕੰਡੈਮ ਕਰਦੀ ਹੈ, ਇਹ ਨਕਾਰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ 'ਚ ਲਿਖਿਆ ਕਿ ਸਭ ਤੋਂ ਪਹਿਲਾਂ ਉਹਨਾਂ ਲਿਖਿਆ ਕਿ ਅਰਬਰ ਨਰਬਰ ਧੁੰਦੂ ਘਾਰਾ ਜੀ, ਧਰਨਾ ਗਗਨ ਹੁਕਮ ਉਪਾਰਾ, ਨਾ ਦਿਨ ਰਹਿਣ ਨਾ ਚੰਨ ਸੂਰਜ ਸੁੰਦਰ ਸਮਾਦ ਗਾਇਂਦਾ। ਵੀ ਇੱਥੇ ਕੁਛ ਨਹੀਂ ਸੀ, ਨਾ ਚੰਦ ਸੀ, ਨਾ ਸੂਰਜ ਸੀ, ਬਿਲਕੁਲ ਨਾ ਕੋਈ ਨਾ ਦਿਨ ਸੀ, ਨਾ ਰਾਤ ਸੀ, ਇੱਕ ਕੀ ਸੀ, ਉਹ ਪ੍ਰਮਾਤਮਾ ਦੀ ਸਮਾਧੀ ਲੱਗੀ ਹੋਈ ਸੀ। ਔਰ ਅੱਗੇ ਲਿਖਦੇ ਹਨ ਕਿ ਬ੍ਰਹਮਾ ਵਿਸ਼ਮ ਮਹੇਸ਼ ਨਾ ਕੋਈ, ਨਾ ਵਿਸ਼ਨੂੰ ਸੀ, ਨਾ ਬ੍ਰਹਮਾ ਸੀ, ਨਾ ਮਹੇਸ਼ ਸੀ ਕੋਈ, ਅਵਰਨਾ ਜਿਸੇ ਇੱਕ ਕੋ ਸੋਈ, ਉਸ ਤੋਂ ਬਾਹਰ ਕੋਈ ਨਹੀਂ ਸੀ। ਨਾਰ ਪੁਰਖ ਨਹੀਂ ਜਾਤ ਨਾ ਜਨਮਾ, ਨਾ ਕੋ ਦੁੱਖ ਸੁਖ ਪਾਇੰਦਾ, ਨਾ ਤਦ ਜਤੀ ਸਤੀ ਬਨਵਾਸੀ, ਨਾ ਤਦ ਸਿੱਧ ਸਾਧਕ ਸੁਖਵਾਸੀ, ਜੋਗੀ ਜੰਗਮ ਪੇਖ ਨਾ ਕੋਈ, ਨਾ ਕੋ ਨਾਥ ਕਹਾਇੰਦਾ, ਜਪ ਤਤ ਸੰਜਮ ਨਾ ਬਰਤ ਨਾ ਪੂਜਾ, ਨਾ ਕੋ ਆਖ ਵਖਾਣੇ ਦੂਜਾ, ਆਪੇ ਆਪ ਉਪਾਏ ਵਿਕਸੇ, ਆਪੇ ਕੀਮਤ ਪਾਇੰਦਾ, ਕਿ ਉਸਨੇ ਪ੍ਰਮਾਤਮਾ ਨੇ ਆਪੇ ਹੀ ਇਸ ਸ੍ਰਿਸ਼ਟੀ ਨੂੰ ਸਾਜਿਆ ਹੈ ਔਰ ਆਪੇ ਹੀ ਇਹਦੀ ਪਾਲਣਾ ਕਰਦਾ ਹੈ। ਔਰ ਇਹ ਜਿਹੜਾ ਬਹੁਤ ਵੱਡਾ ਜਿਹੜੀ ਗੁਰਬਾਣੀ ਨੇ, ਇਹ ਸਾਡੇ ਜਿਹੜੇ ਪਹਿਲਾਂ ਮਿਥਿਹਾਸ ਚੱਲਿਆ ਹੁੰਦਾ ਸੀ, ਉਹ ਬਹੁਤ ਵੱਡੀ ਸੱਟ ਮਾਰੀ ਆ। ਔਰ ਉਹਨਾਂ ਨੇ ਕਿਹਾ ਕਿ ਇੱਕ ਹੀ ਪ੍ਰਮਾਤਮਾ ਤੋਂ ਹੀ ਸਾਰੇ ਇਨਸਾਨ ਪੈਦਾ ਹੋਇਆ। ਗੁਰਬਾਣੀ ਅੱਗੇ ਖੜੇ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜੋ ਉਪਜਿਆ ਕੌਣ ਭਲੇ ਕੋ ਮੰਦੇ, ਕਿ ਇੱਕ ਨੂਰ ਤੋਂ ਹੀ ਉਹ ਸਾਰਾ ਜਗ ਉਪਜਿਆ ਹੈ। ਔਰ ਸਭਨਾਂ ਨੂੰ ਉਸ ਪ੍ਰਮਾਤਮਾ ਦਾ ਨਾਮ ਲੈਣ ਦਾ ਹੱਕ ਹੈ ਔਰ ਸਭ ਨੂੰ ਸਿਮਰਨ ਦਾ ਹੱਕ ਹੈ।
ਔਰ ਗਿਆਨ ਲੈਣ ਦਾ ਸੁਣਨ ਦਾ ਹੱਕ ਹੈ। ਇਹ ਨਹੀਂ ਜਿਸ ਤਰ੍ਹਾਂ ਪਹਿਲਾਂ ਸੀ ਕਿ ਕੋਈ ਨਾਮ ਸੁਣਦਾ ਤਾਂ ਗਿਆਨ ਕੋਈ ਪ੍ਰਾਪਤ ਕਰਦਾ ਤਾਂ ਉਹਦੇ ਕੰਨਾਂ ਸਿੱਕਾ ਪਾ ਦਿਓ, ਜੇ ਕੋਈ ਗਿਆਨ ਦੀ ਗੱਲ ਪੜ੍ਹਦਾ ਤਾਂ ਉਹਦੀ ਜੀਭ ਪੜ੍ਹ ਦਿਓ, ਜਾਂ ਕੋਈ ਗਿਆਨ ਦੀ ਗੱਲ ਕਰਦਾ ਉਹਦੀ ਜੀਭ ਪੜ੍ਹ ਦਿਓ। ਇਹ ਨਹੀਂ, ਉਹਨੇ ਕਿਹਾ ਕਿ सतगुरु रविदास महाराज ने अपनी बाणी च कहा कि आपन वापे नहीं किसी को पावन को हर राजा मोह बरसा जग से भगत नहीं संतापा, कि वो परमात्मा किसी की जगीर नहीं है। बिल्कुल बोपरा जी तुहाडी बिल्कुल गल सही है। गल असल विच मेरे दर्शकों सारे जदों असीं गल करदे हां, जिस तरह कि बोपरा जी ने ते पग्गा जी ने दस्सिया कि गुरबाणी दे विच पैर पैर दे उत्ते हर शब्द दे उत्ते हर पंक्ति दे विच हर अंग दे उत्ते बराबरता की गल की गई, समानता की गल की गई, पर असी उहनूं किन्ना क मनदे हां। आपां नूं कदे बैठ के इस गल ते विचार करनी पवेगी कि की असी कदे गुरबाणी नूं समझिया है, असी मन्निया है। गुरबाणी ने फैसला कर दिता, जा तू ब्राह्मण ब्राह्मणी जाया और बाट काहे नहीं आया। की रह गया पिछे, समानता किन्नी है। जे अज भी असी कोई साडे सिख धर्म दे उत्ते गल करे, अगर वो किसी जात पात की गल करता है, अगर बरादरीवाद की गल करता है, मजहब की गल करता है, बंडियां की गल करता है, तो आप जी ने हुणे ही चाहे बोपा राय जी तो सुनिया है कि गुरबाणी दे विच बिल्कुल सारियां चीज़ां नूं खंडन कीता है। तो फिर जे असी ये गल फिर भी करांगे तो असी ना गुरु महाराज नूं पूर्ण तौर पर मनण वाले हाँ, तो ना ही असी गुरु महाराज दे सपुत्र कहा सकते हाँ, चाहे वो किसी भी वर्ग चो होवे, चाहे वो किसी भी शहर का होवे, चाहे वो किसी भी देश का होवे। जे बेगमपुरे की गल कीती आ तां उस बेगमपुरे की गल कीती है जिथे ये बिल्कुल कुछ ना होवे ते सारा कुछ समानता दे नाल चले, एक दूसरे की भ्रातरी भावना होवे, तां ही असी बेगमपुरा कह सकते हाँ। पर पग्गा जी जदों असी तुसीं कहा कि बहुत तरक्की हुई आ, बोपा राय जी ने बड़ी वधिया तरीके नाल एक्सप्लेन किया कि गुरबाणी जिहड़ी आ सानू हर जिंदगी की सेध दिंदी आ और उन्हां चीज़ां दी खंडन करदी आ जिहड़ियां चीज़ां दा असी मनु सिमृति ने मनुवादी ने साडे ते गल्लां थोपियां सन, उन्हां नूं पूर्ण तौर ते खंडन करदी आ और आज़ादी हर वर्ग नूं दिंदी, चाहे औरतां दी गल होवे, चाहे किसी दलित समाज की गल होवे, चाहे किसी दी भी गल होवे, दबे कुचले लताड़ियां दी गल होवे। पर एक असी जिहड़ा समानता की गल करते हैं, असी सारे कहने आ कि साडे जिहड़े बच्चे आ वो साडा भविख है, पर असी भविख नूं अपने नाल किन्ना क जोड़ सके हाँ, इस विचारधारा नाल किन्ना क असी जोड़ सके हाँ, ये गल आपां एक कॉल तो बाद करते हैं। आपां एक कॉल ले लीए। हैलो, हाँ जी, वाहिगुरू जी का खालसा वाहिगुरू जी की फतेह। हाँ जी, जय गुरुदेव जी, कौन ते कित्थों बोल रहा है जी? हाँ जी श्री गुरु रविदास सभा सौदाल दा सेवक काउंसलर तेजराम बागा। हाँ जी, वाइस प्रेसिडेंट श्री गुरु रविदास सभा यूके बोल रहे हैं जी। डिप्टी मेयर साहब, आप जी नूं प्रोग्राम बेगमपुरा विच आप जी दा स्वागत है। काउंसलर बागा जी, आप की सुनेहा देना चाहते हो, की कहना चाहते हो अज दे प्रोग्राम विच? आप जी नूं समुचे श्री गुरु रविदास सभा यूके यूरोप ते अबरॉड वालों ते संगत टीवी वालों आप जी नूं जी आया प्रोग्राम विच। गुरु जी सब तो पहला मैं आप दा जी ते जेड़े अज संगत टीवी ते साडे प्रोजेक्टर आए हैं जी, उन्हां दा ते संगत टीवी दे सारे ही मैनेजमेंट दा बहुत धन्यवाद करदा हां जी, जिन्हां ने कि दास नूं अज आप जी दे नाल सन्मुख होण दा मौका दिता है। धन्यवाद। लेकिन आपका बहुत बहुत धन्यवाद करता हाँ जी। लेकिन बड़े दुख की गल है कि अज मैं एक शोक समाचार दसना चाहना हाँ जी, क्योंकि साडे गुरु घर दे श्री गुरु रविदास सभा सौदाल दे जी लाइव मैंबर श्रीमान जगीरी राम जी बागा जी, जेड़े के बलेने तो सन, हाँ जी, ਉਹ 31 ਜੁਲਾਈ ਨੂੰ ਜੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਜੀ, ਤੇ ਉਹਨਾਂ ਦਾ ਜੋ ਦਾਗ ਹਨ, ਜੋ ਫੀਨਰ ਹੈ, हाँ जी, ਉਹ 8/8/13 ਵੀਰਵਾਰ ਨੂੰ ਜੀ ਸਵੇਰੇ 10 ਵਜੇ ਉਹਨਾਂ ਦੇ ਘਰ ਬੋਡੀ ਆਵੇਗੀ। ਜੀ 11 ਵਜੇ
ਗੁਰੂ ਰਵਿਦਾਸ ਟੈਂਪਲ ਵਿਖੇ ਆਵੇਗੀ। ਹਾਂਜੀ। ਤੇ 12 ਵਜੇ ਸਾਊਥ ਵੈਸਟ ਮਿਡਲਸੈਕਸ ਸੈਰੇਟੋਨੀਅਮ ਵਿੱਚ ਜੋ ਉਹਨਾਂ ਦਾ ਸੰਸਕਾਰ ਕੀਤਾ ਜਾਵੇਗਾ ਜੀ। ਉਸ ਤੋਂ ਬਾਅਦ 1 ਵਜੇ ਸ੍ਰੀ ਗੁਰੂ ਰਵਿਦਾਸ ਸਭਾ 282 ਵੈਸਟਰਨ ਰੋਡ ਦੇ ਉੱਤੇ ਜੀ ਆਖਰੀ ਜੋ ਅਰਦਾਸ ਹੈ ਉਹ ਕੀਤੀ ਜਾਵੇਗੀ। ਦਾਸ ਆਪਣੀ ਵੱਲੋਂ ਆਪਣੇ ਪਰਿਵਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਸਭਾ ਸੌਥਾਲ ਵੱਲੋਂ ਹਾਂਜੀ ਤੇ ਸੌਥਾਲ ਦੀ ਸਾਰੀ ਕਮੇਟੀ ਵੱਲੋਂ ਤੇ ਸ੍ਰੀ ਗੁਰੂ ਰਵਿਦਾਸ ਸਭਾ ਯੂਕੇ ਵੱਲੋਂ ਹਾਂਜੀ ਸਾਰੀ ਸੰਗਤ ਨੂੰ, ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬੇਨਤੀ ਕਰਦਾ ਹੈ ਜੀ ਕਿ ਚਾਚਾ ਜੀ ਦੇ ਜੋ ਉਹਨਾਂ ਨੇ ਜੀਵਨ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਸੌਥਾਲ ਜੀ ਜਨਤਾ ਨੂੰ, ਸਾਰੀ ਕਮੇਟੀ ਨੂੰ ਯੋਗਦਾਨ ਪਾਇਆ ਹੈ ਜੀ, ਉਸ ਨੂੰ ਸ਼ਰਧਾਂਜਲੀ ਦੇਣ ਲਈ ਉਸ ਦਿਨ ਜ਼ਰੂਰ ਹਾਜ਼ਰ ਹੋਵੋ। ਧੰਨਵਾਦੀ ਹੋਵਾਂਗਾ। ਬਹੁਤ ਬਹੁਤ ਬਾਗਾ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਬਹੁਤ ਦੁਖਦਾਈ ਖਬਰ ਸੁਣਾਈ ਹੈ। ਮੇਰੇ ਦਰਸ਼ਕੋ, ਸਾਡੇ ਵੱਲੋਂ ਆਪ ਜੀ ਨੂੰ ਇਹ ਬੇਨਤੀ ਹੈ ਕਿ ਭਾਈ ਸਾਹਿਬ ਜਗੀਰੀ ਲਾਲ ਜੀ ਜੋ ਬਲੇਨੇ ਤੋਂ ਸਨ, ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸ਼੍ਰੀ ਗੁਰੂ ਰਵਿਦਾਸ ਸਭਾ ਸਾਊਥ ਹਾਲ ਲਈ, ਔਰ ਉਹਨਾਂ ਨੇ ਅਣਥੱਕ 50 ਸਾਲ ਸੇਵਾ ਕੀਤੀ ਹੈ। ਔਰ ਐਸੇ ਜਿਹੇ ਗੁਰਮੁਖਾਂ ਦਾ ਉਹਨਾਂ ਦੇ ਸਾਨੂੰ ਸਦੀਵੀ ਵਿਛੋੜਾ ਦੇ ਜਾਣਾ ਉਹ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਫਿਰ ਵੀ ਜੋ ਗੁਰਬਾਣੀ ਦੇ ਮੁਤਾਬਕ ਅਸੀਂ ਜੇ ਗੱਲ ਕਰੀਏ ਤਾਂ ਜੋ ਦਿਨ ਆਏ ਸੋ ਦਿਨ ਜਾਈ, ਕਰਨਾ ਕੂਚ ਰਹਿਣ ਥਿਰ ਨਾਈ, ਸੰਗ ਚਲਤਾ ਹੈ ਹਮ ਵੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨਾ। ਇਹ ਜੋ ਦਿਨ ਚੜ੍ਹਿਆ ਹੈ ਉਹਨੇ ਛੁਪਣਾ ਹੈ, ਜੋ ਪੈਦਾ ਹੋਇਆ ਹੈ ਉਹਨੇ ਇੱਕ ਨਾ ਇੱਕ ਦਿਨ ਸਾਡੇ ਤੋਂ ਵਿਛੜਨਾ ਹੈ। ਇਹ ਅਟਲ ਸੱਚਾਈ ਹੈ। ਅਸੀਂ ਸਾਰੇ ਦੋਨੋਂ ਮੇਰੇ ਮਹਿਮਾਨ ਸ਼੍ਰੀ ਗੁਰੂ ਰਵਿਦਾਸ ਸਭਾ UK, ਯੂਰਪ ਤੇ ਅਬਰੋਡ ਦੀ ਸਾਰੀ ਮੈਨੇਜਮੈਂਟ, ਅਸੀਂ ਭਾਈ ਸਾਹਿਬ ਜਗੀਰੀ ਲਾਲ ਜੀ ਦੇ ਪਰਿਵਾਰ ਦੇ ਨਾਲ, ਸ਼੍ਰੀ ਗੁਰੂ ਰਵਿਦਾਸ ਸਭਾ ਸਾਊਥ ਹਾਲ ਦੀ ਸਾਰੀ ਮੈਨੇਜਮੈਂਟ ਦੇ ਨਾਲ ਸਾਡੀ ਪੂਰੀ ਹਮਦਰਦੀ ਆ। ਔਰ ਅਸੀਂ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਭਾਈ ਸਾਹਿਬ ਜਗੀਰੀ ਲਾਲ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਣ, ਆਵਣ ਗਾਵਣ ਦੇ ਚੱਕਰ ਤੋਂ ਬਚਾ ਕੇ ਰੱਖਣ ਅਤੇ ਪਿੱਛੇ ਪਰਿਵਾਰ, ਮਿੱਤਰਾਂ, ਦੋਸਤਾਂ, ਸਾਕ ਸੰਬੰਧੀਆਂ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ਣ। ਇਸੇ ਅਰਦਾਸ ਦੇ ਨਾਲ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੇ ਵੀ ਗੁਰਮੁਖ ਪਿਆਰੇ ਅੱਜ ਸਾਡੀ ਇਸ ਆਵਾਜ਼ ਨੂੰ ਸੁਣਦੇ ਨੇ, ਜਿਨ੍ਹਾਂ ਨੂੰ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਕਿਸੇ ਦਾ ਪਤਾ ਲੱਗਦਾ ਹੈ, ਉਹ ਜ਼ਰੂਰ ਸ਼ਰਧਾਂਜਲੀ ਭੇਟ ਕਰਨ ਲਈ 8 ਤਰੀਕ ਦਿਨ ਵੀਰਵਾਰ ਨੂੰ ਉਹਨਾਂ ਦੀ ਅੰਤਮ ਯਾਤਰਾ ਵਿੱਚ ਜ਼ਰੂਰ ਸ਼ਰੀਕ ਹੋਣ, ਤਾਂ ਜੋ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਅਸੀਂ ਇਸ ਸੰਸਾਰ ਤੋਂ ਤੋਰ ਸਕੀਏ ਤੇ ਅੰਤਮ ਵਿਦਾਇਗੀ ਦੇ ਸਕੀਏ। ਆਪ ਜੀ ਦਾ ਇੱਕ ਵਾਰੀ ਫੇਰ ਸਾਡੇ ਸਮੁੱਚੀ ਪੈਨਲ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਆ ਅਤੇ ਅਰਦਾਸ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ। ਸੋ ਪ੍ਰਪੱਗਾ ਜੀ, ਜਿੱਥੇ ਆਪਾਂ ਨੇ ਇਹ ਬੱਚਿਆਂ ਦੀ ਗੱਲ ਕੀਤੀ, ਕਿਉਂਕਿ ਸਾਡਾ ਭਵਿੱਖ ਜਿਹੜਾ ਬੱਚਾ ਹੈ, ਬੱਚੇ ਜਿਹੜੇ ਸਾਡੇ ਨੇ, ਨੌਜਵਾਨ ਸਾਡੇ ਨੇ, ਅਸੀਂ ਉਹਨਾਂ ਨੂੰ ਕਿੰਨਾ ਕੁ ਜੋੜ ਸਕੇ ਹਾਂ, ਕਿਉਂਕਿ ਇਹ ਇੱਕ ਹਮੇਸ਼ਾ ਪੱਖ ਰਿਹਾ ਹੈ ਕਿ ਅਸੀਂ ਬੱਚਿਆਂ ਨੂੰ ਉਸ ਤਰੀਕੇ ਨਾਲ ਨਹੀਂ ਜੋੜ ਸਕੇ ਜਿਸ ਦਾ ਜੋੜਨਾ ਚਾਹੀਦਾ। ਤੁਹਾਡਾ ਕੀ ਵਿਚਾਰ ਹੈ? ਇਹ ਗੁਰੂ ਸਾਹਿਬ ਜਿਹੜੀ ਨਵੀਂ ਪੀੜ੍ਹੀ ਹੈ ਨਾ, ਇਹਨਾਂ ਦੀ ਜਿਹੜੀ ਥਿੰਕਿੰਗ ਆ, ਇਹਨਾਂ ਦਾ ਸਿਰ ਉੱਚਾ ਕਰਕੇ ਜੀਣ ਦੀ ਤਾਂਘ ਪੈਦਾ ਹੋ ਰਹੀ ਆ। ਉਹ ਬਰਾਬਰਤਾ ਚਾਹੁੰਦੇ ਆ ਤੇ ਉਹਦੇ ਨਾਲ ਜਿਹੜਾ ਇਹ ਨਹੀਂ ਜੁੜ ਰਿਹਾ, ਇਹ ਕੁਝ ਸਾਡੇ ਮਾਪਿਆਂ ਦਾ ਵੀ ਕਸੂਰ ਹੈ। ਸਾਡੇ ਕੋਲ ਟਾਈਮ ਹੈ ਨਹੀਂ, ਅਸੀਂ ਪੌਂਡਾਂ ਵਾਲੇ ਨੱਠੇ ਭੱਜੇ ਫਿਰਦੇ ਹਾਂ। ਫਿਰ ਗੁਰੂ ਘਰ ਦੇ ਜਿਹੜੇ ਕਮੇਟੀ ਦੇ ਪ੍ਰਬੰਧਕ, ਜਿਹਦੇ ਵਿੱਚ ਮੈਂ ਵੀ ਆਣਾ, ਅਸੀਂ ਵੀ ਸੇਧ ਨਹੀਂ ਕੋ ਦਿੰਦੇ ਉਹਨਾਂ ਨੂੰ। ਅਸੀਂ ਆਪਣਾ ਕਰੀ ਜਾਂਦੇ। ਉਹ ਜਦੋਂ ਕਦੇ ਅਸੀਂ ਉਹਨਾਂ ਨੂੰ ਮਜਬੂਰਨ ਲਿਆਣੇ ਨਾ ਗੁਰੂ ਘਰ, ਉਹ ਵਿਚਾਰੇ ਬੈਠੇ, ਕੋਈ ਅੰਡਰਸਟੈਂਡ ਨਹੀਂ ਹੋ ਰਿਹਾ। ਮੈਂ ਤੇ ਆਪਣੇ ਗੁਰੂ ਘਰ ਕਹਿੰਦਾ ਹੁੰਦਾ ਵੀ ਜਦੋਂ ਆਪਣੇ ਹੁਕਮਨਾਮਾ ਜਦੋਂ ਲੈਂਦੇ ਆਪਾਂ, ਉਹਦਾ ਬਾਅਦ 'ਚ ਟਰਾਂਸਲੇਟ ਕਰੋ ਜੀ। ਠੀਕ ਹੈ ਹਾਂਜੀ। ਹੁਣ ਜਦੋਂ ਉਹ ਗਿਆਨੀ ਜੀ ਨੂੰ ਵੀ ਬੇਨਤੀ ਕੀਤੀ ਮੈਂ, ਉਹ ਕੋਈ ਮੰਨਦਾ ਨਹੀਂ। ਉਹ ਜੋੜਾਂਗੇ ਅਸੀਂ ਕਿੱਦਾਂ? ਤੇ ਇੰਗਲਿਸ਼ ਦੇ ਵਿੱਚ ਵੀ ਬੋਲਣਾ ਚਾਹੀਦਾ। ਉੱਥੇ ਉਹ ਸਕਰੀਨਾਂ ਹੁਣ ਮੈਂ ਦੇਖਿਆ ਕਈ ਗੁਰੂ ਘਰਾਂ 'ਚ ਲੱਗੀਆਂ, ਹੋਪਫੁਲੀ ਇਹ ਸਾਡੇ ਗੁਰਦਾਸ ਮਹਾਰਾਜ ਦੇ ਵੀ ਭਵਨ ਦੇ ਵਿੱਚ ਲੱਗ ਜਾਏਗੀ। ਤੇ ਇਹ ਵੀ ਇੱਕ ਉਪਰਾਲਾ ਹੈਗਾ। ਇਹ ਤੋਂ ਇਲਾਵਾ ਜਿੱਦਾਂ ਐਜੂਕੇਸ਼ਨ ਵਾਲੇ ਆ ਹੈ ਜੀ, ਉਹ ਸਾਡੇ ਬੜਾ ਕੁਝ ਚੱਲ ਰਿਹਾ। ਉੱਥੇ ਬੱਚੇ ਸਾਰੇ ਆਉਂਦੇ ਆ, ਉਹਨਾਂ ਦੇ ਚੰਗੇ ਪ੍ਰੋਗਰਾਮ ਆ ਐਜੂਕੇਸ਼ਨ ਦੇ ਆ, ਉਹਨਾਂ ਨੂੰ ਰਿਲੀਜੀਅਸ ਐਜੂਕੇਸ਼ਨ ਵੀ ਦਿੰਦੇ ਆ। ਠੀਕ ਹੈ। ਤੇ ਜ਼ਿਆਦਾ ਕਸੂਰ ਮੇਰਾ ਖਿਆਲ ਸਾਡਾ ਹੈ ਆਪਣਾ, ਜਿਹੜੀ ਸਾਡੀ ਕੇਜ ਦੇ ਬੰਦੇ ਨਾ ਇਹ ਜੋੜਨਾ ਵੀ ਨਹੀਂ ਚਾਹੁੰਦੇ। ਉਹ ਕਹਿੰਦੇ ਇਹਨਾਂ ਨੂੰ ਕੀ ਪਤਾ। ਪ੍ਰਪੱਗਾ ਸਾਹਿਬ, ਜੇ ਆਪਾਂ ਇਸ ਗੱਲ ਨੂੰ ਦੇਖੀਏ ਕਿ ਜਿਹੜੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਇਨਵੋਲਵ ਨਹੀਂ ਕਰਦੇ,
ਕਮੇਟੀਆਂ ਦੇ ਵਿੱਚ ਅਸੀਂ ਬੱਚਿਆਂ ਨੂੰ ਨਹੀਂ ਲੈਂਦੇ, ਭਾਵੇਂ ਅਸੀਂ ਐਜ਼ ਏ ਆਨਰਰੀ ਲਈਏ, ਕਿਉਂਕਿ ਉਹਨਾਂ ਨੂੰ ਤਿਆਰ ਕਰਨ ਵਾਸਤੇ, ਉਹਨਾਂ ਨੂੰ ਇਸ ਪਾਸੇ ਵੱਲ ਪ੍ਰੇਰਿਤ ਕਰਨ ਵਾਸਤੇ ਸਾਨੂੰ ਉਹਨਾਂ ਨੂੰ ਨਾਲ ਲੈਣਾ ਜ਼ਰੂਰੀ ਬਣਦਾ। ਇਹ ਬੜਾ ਜ਼ਰੂਰੀ ਆ, ਪਰ ਅਸੀਂ ਇਹਦੇ ਵੱਲ ਕਿਉਂ ਬਹੁਤ ਸਾਰਾ ਧਿਆਨ ਨਹੀਂ ਦਿੱਤਾ ਅੱਗੇ, ਅਤੇ ਅਸੀਂ ਇਹਦੇ ਬਾਰੇ ਅੱਗੇ ਵੀ ਗੱਲ ਕਰਾਂਗੇ ਵੀ ਇਹ ਵਾਕਈ ਤੁਹਾਡੀ ਗੱਲ ਹੈ ਕਿ ਅਸੀਂ ਕਿਤੇ ਨਾ ਕਿਤੇ ਅਸੀਂ ਜ਼ਰੂਰ ਇਹ ਗੱਲ ਨੂੰ ਪਛੜ ਗਏ ਹਾਂ। ਜੇ ਚਰਨ ਬੋਪਰਾ ਜੀ, ਜੇ ਅਸੀਂ ਇਹ ਗੱਲ ਕਰੀਏ ਕਿ ਜੇ ਅਸੀਂ ਜਿਸ ਤਰ੍ਹਾਂ ਕਿ ਪ੍ਰਪੱਗਾ ਸਾਹਿਬ ਨੇ ਦੱਸਿਆ ਕਿ ਅਸੀਂ ਕਿਤੇ ਨਾ ਕਿਤੇ ਕਸੂਰਵਾਰ ਹੈ, ਪਰ ਸਿਰਫ ਅਸੀਂ ਇਕੱਲੇ ਕਸੂਰਵਾਰ ਇਹਨਾਂ ਨੇ ਕਿਹਾ ਵੀ ਕੀ ਕਿਤੇ ਨਾ ਕਿਤੇ ਜਿਹੜੇ ਸਾਡੇ ਪ੍ਰਚਾਰਕ ਹੈ ਉਹਨਾਂ ਦਾ ਵੀ ਕੋਈ ਇਹਦੇ ਵਿੱਚ ਕੋਈ ਜ਼ਿੰਮੇਵਾਰੀ ਬਣਦੀ ਹੈ, ਸਾਡੇ ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ, ਮਾਪਿਆਂ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ, ਜਾਂ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਲੈਕਟਿਵਲੀ ਵੀ ਅਸੀਂ ਇਹਨਾਂ ਬੱਚਿਆਂ ਨੂੰ ਆਪਣੇ ਵੱਲ ਪ੍ਰੇਰਿਤ ਕਰ ਸਕੀਏ। ਨਹੀਂ ਕਰ ਪਾ ਰਹੇ, ਕਿੱਥੇ ਘਾਟ ਲੱਗਦੀ ਹੈ ਸਾਨੂੰ ਵੀ ਅਸੀਂ ਕੀ ਲੰਗਰਾਂ ਦੇ ਵਿੱਚ ਕੋਈ ਇੱਦਾਂ ਦੀਆਂ ਸਹੂਲਤਾਂ ਸ਼ੁਰੂ ਕਰੀਏ, ਕੋਈ ਐਕਟੀਵਿਟੀਆਂ ਇੱਦਾਂ ਦੀਆਂ ਸ਼ੁਰੂ ਕਰੀਏ, ਜਿੱਦਾਂ ਪ੍ਰਪੱਗਾ ਸਾਹਿਬ ਨੇ ਦੱਸਿਆ ਕਿ ਟਰਾਂਸਲੇਸ਼ਨ ਦਾ ਕੰਮ ਸ਼ੁਰੂ ਕਰੀਏ, ਕੀ ਕਰਨਾ ਚਾਹੀਦਾ? ਗੁਰੂ ਸਾਹਿਬ, ਇਹ ਜਿਹੜਾ ਮਸਲਾ ਯੰਗ ਜਨਰੇਸ਼ਨ ਨੂੰ ਗੁਰੂ ਘਰ ਨਾਲ ਜੋੜਨ ਦਾ ਜੀ, ਇਹ ਬੜਾ ਗੁੰਝਲਦਾਰ ਜਿਹਾ ਹੈਗਾ ਮਸਲਾ। ਇਹ ਅਸੀਂ ਨਹੀਂ ਜੋੜ ਸਕੇ ਤੇ ਕਈ ਕਾਰਨ ਹੈਗੇ ਜੀ, ਇੱਕ ਕਾਰਨ ਨਹੀਂ ਹੈਗਾ। ਬਿਲਕੁਲ, ਨਾ ਤਾਂ ਅਸੀਂ ਪ੍ਰਬੰਧਕਾਂ ਨੂੰ ਦੋਸ਼ ਦੇ ਸਕਦੇ ਹਾਂ ਜੀ ਸੁਦਾ, ਤੇ ਨਾ ਅਸੀਂ ਬੱਚਿਆਂ ਨੂੰ ਦੇ ਸਕਦੇ ਹਾਂ, ਨਾ ਅਸੀਂ ਮਾਪਿਆਂ ਨੂੰ ਦੇ ਸਕਦੇ, ਕਿਉਂਕਿ ਇਹਦੇ 'ਚ ਕਈ ਕਾਰਨ ਹੈਗੇ ਆ। ਕਿਉਂਕਿ ਜੇ ਅਸੀਂ ਯੰਗ ਜਨਰੇਸ਼ਨ ਨੂੰ ਲਿਆਉਂਦੇ ਹਾਂ ਜੀ, ਕਈ ਪ੍ਰੋਗਰਾਮ ਸ਼ੁਰੂ ਅਸੀਂ ਕਰਦੇ ਹਾਂ ਜੀ, ਤੇ ਜਿਹੜੀ ਕਮੇਟੀ ਦੀ ਟਰਮ ਹੁੰਦੀ ਆ ਜੀ, ਉਹ 2 ਸਾਲ ਦੀ, 2 ਜਾਂ 3 ਸਾਲ ਦੀ ਹੁੰਦੀ। ਬਿਲਕੁਲ ਠੀਕ ਹੈ। ਕਈ ਉਹਨਾਂ ਦੇ ਪਲੈਨਿੰਗ ਹੁੰਦੇ ਆ, ਠੀਕ ਹੈ, ਕਿ ਅਸੀਂ ਪਲੈਨਿੰਗ ਕਰਨੀ ਆ। ਮੈਂ ਤੁਹਾਨੂੰ ਆਪਣੇ ਜੋ ਅਸਲੀਅਤ ਹਕੀਕਤ ਦੱਸਦਾ ਜੀ, ਕਿ ਮੈਂ 3 ਵੱਖ-ਵੱਖ ਕਮੇਟੀਆਂ 'ਚ ਸੇਵਾ ਕੀਤੀ ਹੈ ਜੀ। ਪਹਿਲਾਂ 93 ਤੋਂ 96 ਵਿੱਚ, 96 ਤੋਂ ਫਿਰ 2002 ਦਾ 6 ਸਾਲ, ਫਿਰ 3 ਸਾਲ ਫਿਰ ਕੀਤੀ, ਮਤਲਬ 12 ਸਾਲ ਸੇਵਾ ਕੀਤੀ ਹੈ। ਇਹਦੇ ਵਿੱਚ ਪਹਿਲਾਂ ਅਸੀਂ ਜਦੋਂ ਸੇਵਾ ਕੀਤੀ ਕਿ ਬੱਚੇ ਬਹੁਤ ਜੁੜ ਗਏ ਨਾਲ, ਗੁਰੂ ਘਰ ਦੇ ਨਾਲ ਬਹੁਤ ਜੋੜੇ, ਕਿ ਉਹਦੇ ਵਿੱਚ ਅਸੀਂ ਕੀਤਾ ਕਿ ਪੰਜਾਬੀ ਦੀਆਂ ਕਲਾਸਾਂ ਲਾਣੀਆਂ। ਉਹਦੇ ਵਿੱਚ ਅਸੀਂ ਇੱਕ ਸਪੈਸ਼ਲ ਮੀਲ ਉਹਨਾਂ ਲਈ ਤਿਆਰ ਕੀਤਾ ਕਿ ਤੁਹਾਨੂੰ ਅਸੀਂ ਚਿਪਸ ਐਂਡ ਬੀਨਸ ਦੇਣੇ ਆ। ਬਹੁਤ ਕਲਾਸਾਂ ਲੱਗ ਗਈਆਂ, ਔਰ ਅਸੀਂ ਇੰਨਾ ਰਸ਼ ਹੁੰਦਾ ਸੀ ਕਿ 9-10 ਵਜੇ ਤਾਈਂ ਬੱਚੇ ਉੱਥੇ ਹੁੰਦੇ ਸੀਗੇ। ਅਤੇ ਫਿਰ ਉਹਨਾਂ ਬੱਚਿਆਂ ਦੇ ਇੱਕ ਦਿਨ ਅਸੀਂ ਰੱਖਿਆ ਸੀ ਕੰਪੀਟੀਸ਼ਨ ਦਾ, ਕਿ ਸਾਡੇ ਬਹੁਤ ਅੱਛੇ ਜੋ ਐਜੂਕੇਸ਼ਨ ਸੈਕਟਰੀ ਸੀਗੇ, ਬਹੁਤ ਅੱਛੇ ਸੀਗੇ, ਅਤੇ ਉਹਨਾਂ ਨੇ ਕੰਪੀਟੀਸ਼ਨ ਰੱਖਣਾ, ਸਟੇਜ ਤੋਂ ਬੱਚਿਆਂ ਨੂੰ ਬੁਲਾਉਣਾ, ਔਰ ਉਹਨਾਂ ਨੂੰ ਇਨਕਰੇਜ ਕਰਨਾ, ਉਹਨਾਂ ਨੂੰ ਪੈਨ ਪੈਨਸਲ ਜਾਂ ਕੋਈ ਵੀ ਕਾਪੀ ਪ੍ਰਾਈਜ਼ ਦੇ ਤੌਰ 'ਤੇ ਦੇਣਾ, ਔਰ ਬੱਚੇ ਉਹ ਜੁੜ ਗਏ ਕਾਫੀ। ਠੀਕ ਹੈ। ਅਤੇ 2 ਦਿਨ ਇਹ ਸੀਗਾ ਸੀ ਵੈਂਸਡੇ ਅਤੇ ਫਰਾਈਡੇ, ਔਰ ਵੈਂਸਡੇ ਫਰਾਈਡੇ ਕੀਰਤਨ ਵੀ ਹੁੰਦਾ ਸੀ। 3 ਦਿਨ ਸਟੇਜ ਉੱਥੇ ਕੀਰਤਨ ਦਰਬਾਰ ਸਜਦਾ ਸੀ, ਔਰ ਉਹ ਬੱਚੇ ਵੀ ਆ ਜਾਂਦੇ ਸੀ, ਕੀਰਤਨ ਵਿੱਚ ਆਉਂਦਾ ਸੀ, ਲੱਗਦਾ ਸੀ, ਕੀਰਤਨ ਦਰਬਾਰ ਲੱਗਦਾ ਸੀ, ਔਰ ਕਾਫੀ ਰੌਣਕ ਹੋ ਜਾਂਦੀ ਸੀ। ਉਹ ਕੀ ਹੋਇਆ ਕਿ ਉਸ ਤੋਂ ਬਾਅਦ ਕਮੇਟੀ ਬਦਲ ਗਈ। ਉਹਨਾਂ ਨੇ ਕੁਛ ਆਪਣੇ ਪਲਾਨ ਰੱਖੇ, ਬਿਲਕੁਲ ਉਹਨਾਂ ਨੇ ਦਿਨ ਚੇਂਜ ਕਰਤੇ, ਉਹਨਾਂ ਨੇ ਵੈਂਸਡੇ ਫਰਾਈਡੇ ਦੇ ਬਜਾਏ ਟਿਊਜ਼ਡੇ ਥਰਸਡੇ ਕਰਤੇ। ਉਹਦਾ ਕੀਰਤਨ ਹੁੰਦਾ ਸੀ, ਉਹ ਵੀ ਥੋੜਾ ਜਿਹਾ ਡਿਸਟਰਬ ਹੋ ਗਿਆ। ਫਿਰ ਸੰਗਤ ਵੀ ਥੋੜੀ ਮਤਲਬ ਡਿਸਟਰਬ ਹੋ, ਕਿਹੜੇ ਦਿਨ ਜਾਈਏ ਕਿਹੜੇ ਨਾ ਜਾਈਏ। ਦੂਸਰੀ ਵੱਡੀ ਗੱਲ ਇਹ ਆ, ਜਦੋਂ ਕਮੇਟੀਆਂ ਬਦਲਦੀਆਂ, ਉਹ ਜਿਹੜੇ ਆਊਟਗੋਇੰਗ ਕਮੇਟੀ ਹੁੰਦੀ ਆ, ਉਹ ਆਪਣੇ ਜਾਂ ਪਰਿਵਾਰਾਂ ਦੇ ਬੱਚੇ ਉਹ ਪਤਾ ਨਹੀਂ ਕਿਉਂ ਉਹ ਹਟ ਜਾਂਦੇ ਆਉਣੋਂ, ਪਰਿਵਾਰ ਵੀ ਹਟ ਜਾਂਦੇ ਆ। ਕਿ ਇਹਦੇ ਵਿੱਚ ਮੈਂ ਇਹ ਸਮਝਦਾ ਕਿ ਪਤਾ ਨਹੀਂ ਕਿਉਂ ਕੀ ਫੀਲ ਕਰਦੇ ਆ। ਅਤੇ ਜਿਹੜੀ ਕਮੇਟੀ ਮੌਜੂਦ ਉਸ ਵੇਲੇ ਹੁੰਦੀ ਹੈ ਰੂਲਿੰਗ ਕਮੇਟੀ, ਉਹਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਪੂਰਾ ਇੱਜ਼ਤ ਮਾਣ ਦੇਣ, ਵੀ ਆਓ ਵੀ ਭਾਈ, ਜੇ ਤੁਸੀਂ ਮਤਲਬ ਜੇ ਤੁਸੀਂ ਕਮੇਟੀ ਨਹੀਂ, ਉੱਦਾਂ ਤੁਸੀਂ ਸੇਵਾ ਕਰੋ, ਆਪਣੇ ਬੱਚਿਆਂ ਨੂੰ ਲਿਆਓ। ਅਤੇ ਦੂਸਰੀ, ਅਸੀਂ ਬੱਚਿਆਂ ਨੂੰ ਜੇ ਜਨਰੇਸ਼ਨ ਜਿਹੜੀ ਆ, ਉਹਨੂੰ ਅਸੀਂ ਕਮੇਟੀਆਂ ਦੇ ਵਿੱਚ ਅਸੀਂ ਇਨਵੋਲਵ ਕਰਦੇ ਹਾਂ। ਉਹ ਕਮੇਟੀਆਂ ਦੇ ਵਿੱਚ ਮੈਂ ਰਹਿ ਕੇ ਦੇਖਿਆ ਕਿ ਕਮੇਟੀਆਂ ਦੇ ਵਿੱਚ ਜੇ ਕੋਈ ਕਿੰਨੀ ਵਧੀਆ ਗੱਲ ਕਰਦਾ, ਉਸ ਬੰਦੇ ਦੀ ਉਸ ਗੱਲ ਦੀ ਸਪੋਰਟ ਨਹੀਂ ਹੈ, ਉਹਦੀ ਉਹ ਪੁੱਗਣੀ ਨਹੀਂ ਗੱਲ। ਬਿਲਕੁਲ ਠੀਕ। ਤੇ ਜੇ ਅਸੀਂ ਕਿਸੇ ਯੰਗ ਨੂੰ ਲਿਆਉਂਦੇ ਆ ਤੇ ਉਹ ਕੋਈ ਗੱਲ ਕਰਦਾ, ਉਹਦੇ ਮਗਰ ਉਹ ਕਹਿੰਦੇ ਯਾਰ ਉਹਦੇ ਮਗਰ ਕੋਈ ਸਪੋਰਟ ਨਹੀਂ ਹੁੰਦੀ, ਤੇ ਉਹਦੀ ਕੋਈ ਗੱਲ ਕੋਈ ਸਿਰੇ ਨਹੀਂ ਚੜ੍ਹਦੀ, ਤੇ ਉਹ ਫਿਰ ਫੈਡ ਅਪ ਹੋ ਕੇ ਆਪਣੇ ਆਪ
ਪਿੱਛੇ ਹਟ ਜਾਂਦੇ ਆ। ਤੇ ਦੂਸਰੀ ਗੱਲ ਹੈ ਕਿ ਬੱਚਿਆਂ ਦਾ ਇੱਥੇ ਫਿਰ ਅਸੀਂ ਐਨਕਰੇਜ ਕਰਦੇ ਹਾਂ, ਲੇਕਿਨ ਉਹਨਾਂ ਦੀਆਂ ਆਪਣੀਆਂ ਕਮਿਟਮੈਂਟਸ ਵੀ ਬਹੁਤ ਹੈਗੀਆਂ, ਕਿਉਂਕਿ ਜੇ ਸਕੂਲਾਂ ਦੇ ਜਾਂਦੇ ਜਿਸ ਤਰ੍ਹਾਂ ਇਹ ਇਹਨਾਂ ਦੀ ਜਿਹੜੀ ਐਜੂਕੇਸ਼ਨ ਹਾਇਰ ਹੁੰਦੀ ਆ, ਇਹਨਾਂ ਦੀ ਜ਼ਿੰਮੇਵਾਰੀ ਵੀ ਜ਼ਿਆਦਾ ਹੁੰਦੀ ਹੈ, ਪੜ੍ਹਾਈ ਜ਼ਿਆਦਾ ਹੁੰਦੀ ਹੈ, ਤੁਸੀਂ ਤਾਂ ਆਪ ਖੁਦ ਜਾਣਦੇ ਆ। ਲੇਕਿਨ ਹਰ ਕਮੇਟੀ ਦਾ ਕੋਸ਼ਿਸ਼ ਇਹ ਹੁੰਦੀ ਆ, ਜ਼ਰੂਰੀ ਹੁੰਦੀ ਆ ਕਿ ਅਸੀਂ ਬੱਚਿਆਂ ਨੂੰ ਗੁਰੂ ਘਰ ਵੱਧ ਤੋਂ ਵੱਧ ਜੋੜੀਏ। ਬਿਲਕੁਲ। ਤੇ ਦੂਸਰੀ ਗੱਲ ਹੈਗੀ ਆ ਕਿ ਅਸੀਂ ਸਾਡੇ 'ਚ ਜਦੋਂ ਪ੍ਰਚਾਰ ਹੁੰਦਾ ਹੈ, ਇਹਦੇ 'ਚ ਕੋਈ ਬੱਚੇ ਇੱਥੇ ਦੇ ਜੰਪ ਲਿਆ, ਇੱਥੇ ਸੰਸਕ੍ਰਿਤ ਗ੍ਰਹਿਣ ਕਰਦੇ ਆ, ਇੰਗਲਿਸ਼ ਆਟੋਮੈਟਿਕਲੀ ਬੋਲਦੇ ਆ, ਇੰਗਲਿਸ਼ ਅੰਡਰਸਟੈਂਡ ਕਰਦੇ ਆ, ਕਿ ਸਾਨੂੰ ਕਮੇਟੀਆਂ ਥੋੜ੍ਹੀ ਥੋੜ੍ਹੀ ਚੇਂਜਸ ਲਿਆਉਣੀ ਚਾਹੀਦੀ ਆ। ਫਰਜ਼ ਕਰੋ ਜਿਸ ਤਰ੍ਹਾਂ ਕਿ ਸਾਡੇ 2 ਸਟੇਟ ਸੈਕਟਰੀ ਆ, ਇੱਕ ਪੂਰਾ ਪੰਜਾਬੀ ਦਾ ਮਾਹਰ ਹੋਵੇ, ਦੂਜਾ ਇੰਗਲਿਸ਼ ਦਾ ਮਾਹਰ ਹੋਵੇ, ਉਹ ਪੰਜਾਬੀ ਵਿੱਚ ਵੀ ਦੱਸੇ, ਦੂਸਰਾ ਇੰਗਲਿਸ਼ ਵਾਲਾ ਇੰਗਲਿਸ਼ ਵਿੱਚ ਦੱਸੇ, ਬੈਲੈਂਸ ਹੋਵੇ, ਉਹਨਾਂ ਨੂੰ ਪਤਾ ਲੱਗੇ ਕਿ ਇਹ ਕੀ ਕਰ ਰਿਹਾ। ਕਿਉਂਕਿ ਜਿਹੜੇ ਡੂੰਘੇ ਜਿਹੜੇ ਲਫ਼ਜ਼ ਹੈਗੇ ਆ, ਹੁਣ ਜੇ ਗੁਰਬਾਣੀ ਦੇ ਡੂੰਘੇ ਲਫ਼ਜ਼ ਹੈਗੇ ਆ, ਉਹ ਤਾਂ ਆਮ ਸਾਨੂੰ ਵੀ ਬੜੀ ਮੁਸ਼ਕਲ ਨਾਲ ਸਮਝ ਲੱਗਦਾ। ਉਹ ਗੁਰਬਾਣੀ ਨੂੰ ਸਰਲ ਜਿਹੜਾ ਕਰਕੇ ਤਾਂ ਉਹਨੂੰ ਇੱਕਦਮ ਰੱਖਿਆ ਜਾਵੇ, ਉਹ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਕੇ ਦੱਸਿਆ, ਉਹ ਬੱਚਿਆਂ ਨੂੰ ਐਕਸਪਲੇਨ ਕੀਤਾ ਜਾਵੇ। ਤੇ ਬਾਕੀ ਜਿਹੜਾ ਬੱਚੇ ਜਿਹੜੇ ਛੋਟੇ ਬੱਚੇ ਆ, ਉਹਨਾਂ ਦਾ ਮੀਲ ਦਾ ਵੀ ਖਿਆਲ ਰੱਖਿਆ ਜਾਵੇ, ਕੋਈ ਨਾ ਕੋਈ ਅਟਰੈਕਸ਼ਨ ਦਾ ਸਾਧਨ, ਅਟਰੈਕਸ਼ਨ ਜਿੱਦਾਂ ਕਿ ਇਹਨਾਂ ਦੇ ਕੰਪੀਟੀਸ਼ਨ ਹੋਣ, ਫਿਰ ਬੱਚਿਆਂ ਲਈ ਕਲਾਸਿਸ ਲੱਗਣ, ਸੰਗੀਤ ਕਲਾਸਿਸ ਲੱਗਣ, ਕਿਉਂਕਿ ਸੰਗੀਤ ਦੇ ਬੜੇ ਬੱਚੇ ਜਿਹੜੇ ਮਤਲਬ ਇੰਟਰਸਟ। ਉਪਰਾ ਜੀ ਤੁਸੀਂ ਬਹੁਤ ਵਧੀਆ 2-3 ਗੱਲਾਂ ਬਹੁਤ ਵਧੀਆ ਦੱਸੀਆਂ, ਬਹੁਤ ਕੰਮ ਦੀਆਂ ਗੱਲਾਂ ਆ। ਅਗਰ ਇਹ ਜਿਹੜੀਆਂ ਪ੍ਰਪੱਗਾ ਜੀ ਦੇਖੋ, ਜਿਹੜੀਆਂ ਇਹ ਕੁਝ ਗੱਲਾਂ ਆ, ਜਦੋਂ ਕਦੇ ਵੀ ਕਮੇਟੀਆਂ ਦੇ ਵਿੱਚ ਤੁਸੀਂ ਵਿਚਰਦੇ ਹੋ, ਸੇਵਾ ਕਰਦੇ ਹੋ, ਤਾਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦੇ ਵਿੱਚ ਔਰਤਾਂ ਨੂੰ, ਸਾਡੀਆਂ ਬੀਬੀਆਂ ਨੂੰ, ਭੈਣਾਂ ਨੂੰ ਜਗ੍ਹਾ ਦੇਣੀ, ਉਹਨਾਂ ਦੇ ਵਿੱਚੋਂ ਲੈਣੀਆਂ, ਕਿਉਂਕਿ ਉਹਨਾਂ ਦੀਆਂ ਵੀ ਪ੍ਰੋਬਲਮਾਂ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੇ ਸਾਡੀਆਂ ਬੀਬੀਆਂ ਵਿੱਚ ਕਮੇਟੀ ਦੇ ਬੈਠੀਆਂ ਹੋਣਗੀਆਂ। ਬੱਚਿਆਂ ਦੀਆਂ ਪ੍ਰੋਬਲਮ ਅਸੀਂ ਤਾਂ ਹੀ ਸਮਝ ਸਕਦੇ ਹਾਂ। ਅੱਜ ਕੰਪਿਊਟਰ ਦਾ ਯੁੱਗ ਹੈ, ਬੱਚਿਆਂ ਨੂੰ ਅਸੀਂ ਕੰਪਿਊਟਰ ਦੇ ਲਈ ਉਹ ਚੀਜ਼ਾਂ ਤਿਆਰ ਕਰਨ ਲਈ ਅਸੀਂ ਜ਼ਿੰਮੇਵਾਰੀਆਂ ਦੇ ਸਕਦੇ ਹਾਂ, ਤਾਂ ਜੋ ਬੱਚੇ ਅਟਰੈਕਟ ਹੋਣ। ਜਿਸ ਤਰ੍ਹਾਂ ਉਹਨਾਂ ਦੇ ਖਾਣੇ ਦਾ, ਕਿਉਂਕਿ ਕੋਈ ਨਾ ਕੋਈ ਸਾਧਨ ਇਹੋ ਜਿਹਾ ਬਣਾਉਣਾ ਪਵੇਗਾ। ਤੇ ਤੁਸੀਂ ਕੀ ਸਮਝਦੇ ਹੋ, ਜੇ ਤੁਸੀਂ ਕੱਲ੍ਹ ਨੂੰ ਅਗਲੀ ਜਿਹੜੀਆਂ ਸੇਵਾਵਾਂ ਨਿਭਾਓਗੇ, ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਕਿੱਦਾਂ ਖਿਆਲ ਰੱਖੋਗੇ? ਗੁਰੂ ਸਾਹਿਬ ਇੱਕ ਹੋਰ ਵੀ ਬੜੇ ਮੇਰੇ ਦਿਲ 'ਚ ਕਾਫੀ ਸਰਦੀ ਆਉਂਦੀ ਆ ਜੀ। ਅਸੀਂ ਜਿੰਨੇ ਵੀ ਗੁਰੂ ਘਰ ਹੈਗੇ ਆ ਇਸ ਕੰਟਰੀ 'ਚ, ਬਿਲਕੁਲ ਅਸੀਂ ਜਿਹੜੀਆਂ ਨਾ ਇੰਡੀਆ ਦੀਆਂ ਕੋਈ ਵੀ ਗੱਲ ਹੁੰਦੀ, ਅਸੀਂ ਬੜੇ ਪ੍ਰਭਾਵਿਤ ਹੋ ਜਾਂਦੇ ਜੀ, ਇਮੋਸ਼ਨਲ ਹੋ ਕੇ। ਇੱਥੇ ਦੀ ਜਿਹੜੀ ਜਨਰੇਸ਼ਨ ਇਹ ਸੋਚਦੇ ਨਹੀਂ, ਸਾਡੇ ਕੁੜੀਆਂ ਮੁੰਡੇ ਵਿਆਹ ਨਹੀਂ ਕਰਾ ਰਹੇ, ਸਾਡੇ ਬਜ਼ੁਰਗਾਂ ਦੀ ਕੋਈ ਦੇਖਭਾਲ ਨਹੀਂ ਕਰ ਰਿਹਾ, ਅਸੀਂ ਕਰਜ਼ੇ ਦੇ ਵਿੱਚ ਫਸੇ ਹਾਂ, ਹੈ ਜੀ। ਜਿਹੜੀਆਂ ਸਾਨੂੰ ਇੱਥੇ ਅਸਲ ਸਾਡਾ ਮੁਲਕ ਹੁਣ ਇਹ ਆ, ਅਸੀਂ ਜਿਹੜੀ ਨਾ ਇੰਡੀਆ ਦੀਆਂ ਪੋਲੀਟਿਕਸ ਵਗੈਰਾ ਲਿਆ ਕੇ ਇੱਥੇ ਆਪਸ ਵਿੱਚ ਈਰਖਾ, ਲੜਾਈ ਝਗੜੇ, ਇਹਨਾਂ ਵੀ ਨਿਆਣਿਆਂ 'ਤੇ ਬੜਾ ਅਸਰ ਪੈਂਦਾ। ਹੁਣ ਜਦੋਂ ਆ ਲੜਾਈਆਂ ਹੁੰਦੀਆਂ ਆਪਣੇ ਗੁਰੂ ਘਰਾਂ ਸਾਰਿਆਂ 'ਚ, ਉਹ ਨਿਆਣੇ ਪੁੱਛਦੇ ਵਾਟਸ ਦਿਸ ਹੈਪਨਿੰਗ, ਵਾਈ ਦੀ ਫਾਈਟਿੰਗ, ਹੈ ਜੀ। ਸਾਨੂੰ ਚਾਹੀਦਾ ਜਿਹੜੀਆਂ ਸਾਡੀਆਂ ਇੱਥੇ ਸਾਨੂੰ ਮੁਸ਼ਕਲਾਂ ਆਉਂਦੀਆਂ ਜੀ, ਤੇ ਉਹਨਾਂ ਦਾ ਜ਼ਿਆਦਾ ਖਿਆਲ ਰੱਖੀਏ, ਬਜਾਏ ਕਿ ਅਸੀਂ ਉਹਨਾਂ ਪਿੱਛੇ ਨੂੰ ਬਹੁਤ। ਹਾਂ, ਹੈਲਪ ਕਰੋ ਜੇ ਤੁਸੀਂ ਕਰ ਸਕਦੇ ਆ, ਉਹ ਤੁਹਾਡੀ ਸੁਣਦੇ ਤਾਂ ਹੈ ਨਹੀਂ ਇੰਡੀਆ ਵਾਲੇ ਵੀ, ਤੁਸੀਂ ਹੈਲਪ ਕਰਦੇ ਹੋ ਜੇ ਕਰਨੀ ਆ, ਪਰ ਜਿਹੜਾ ਤੁਸੀਂ ਪੋਲੀਟਿਕਸ ਉੱਥੇ ਲਿਆ ਕੇ ਇੱਥੇ ਝਗੜੇ ਕਰਨੇ, ਇਹ ਬੱਚਿਆਂ 'ਤੇ ਬੜਾ ਬੁਰਾ ਅਸਰ ਪੈਂਦਾ ਜੀ। ਗੁਰੂ ਸਾਹਿਬ ਜਿਹੜੇ ਸਾਡੇ ਕਮੇਟੀਆਂ ਦੇ ਨਾ ਆਪਸ ਵਿੱਚ ਝਗੜੇ ਆ ਜੀ, ਇਹਦੇ ਨਾਲ ਵੀ ਬੱਚਿਆਂ ਦੇ ਮਨਾਂ 'ਤੇ ਬਹੁਤ ਮਤਲਬ ਫਰਕ ਪੈਂਦਾ। ਬਿਲਕੁਲ, ਕਿਉਂਕਿ ਇੱਕ ਹੈ ਤਾਂ ਜੋ ਪਲ ਹੈ, ਸੱਚਾਈ ਆ। ਕੋਈ ਇੱਕ ਪੇਰੈਂਟਸ ਆਪਣੇ ਬੱਚਿਆਂ ਨੂੰ ਕਹਿੰਦੇ ਫਟਾਫਟ ਤਿਆਰ ਹੋ ਗੁਰਦੁਆਰੇ ਜਾਣਾ, ਉਹ ਇੱਕ ਬੱਚਾ ਕਹਿੰਦਾ ਮੰਮੀ ਤੁਸੀਂ ਆਪੇ ਕਹਿੰਦੇ ਹੁੰਦੇ ਕਿ ਉਸ ਜਗ੍ਹਾ ਨਹੀਂ ਜਾਣਾ ਜਿੱਥੇ ਕਿ ਲੜਾਈਆਂ ਝਗੜੇ ਹੁੰਦੇ ਆ, ਵੀ ਉੱਥੇ ਤਾਂ ਲੜਾਈਆਂ ਝਗੜੇ ਹੁੰਦੇ ਆ। ਇੰਪੈਕਟ ਕਿੱਦਾਂ ਦਾ ਪੈ ਰਿਹਾ ਬੱਚਾ 'ਤੇ, ਕਿੱਦਾਂ ਦਾ ਇੰਪਰੈਸ਼ਨ ਪੈ ਰਿਹਾ? ਜੇ ਮੇਰੇ ਦਰਸ਼ਕੋ ਜਿਹੜੀਆਂ ਗੱਲਾਂ ਮੇਰੇ ਦੋਨੋਂ ਇਹ ਮਹਿਮਾਨ ਕਹਿ ਰਹੇ ਨੇ, ਸਾਡੀ ਇੱਕ ਚਿੰਤਾ ਹੈ ਸਾਰੇ ਗੁਰੂ ਘਰਾਂ ਦੀ, ਚਾਹੇ ਦੁਨੀਆ ਦੇ ਕਿਸੇ ਕੋਨੇ ਵਿੱਚ ਵੀ ਹੋਵੇ। ਅਸੀਂ ਆਪਣੀਆਂ ਈਰਖਾਵਾਂ, ਆਪਣੇ ਮਤਭੇਦ, ਅਸੀਂ ਕਹਿੰਦੇ ਹਾਂ ਗੁਰੂ ਘਰਾਂ ਦੇ ਵਿੱਚ ਸੇਵਾ ਕਰਨ ਜਾ ਰਹੇ ਹਾਂ, ਪਰ ਜਦੋਂ ਕਮੇਟੀਆਂ ਚੇਂਜ ਹੁੰਦੀਆਂ ਨੇ, ਸਾਡਾ ਸਾਰਾ ਕੁਝ ਅਸੀਂ ਕਮੇਟੀ ਦੇ ਵਿੱਚ ਨਹੀਂ ਰਹਿੰਦੇ, ਤਾਂ ਸਾਡੀ ਉਹੀ ਜਿਹੜੇ ਕੱਲ੍ਹ ਅਸੀਂ ਕੌਮ ਦੇ ਲੀਡਰ ਹੁੰਦੇ ਆ, ਉਹ ਕੌਮ ਉਹਨਾਂ ਨੂੰ ਨਹੀਂ ਬੁਲਾਉਂਦੀ, ਜਾਂ ਸਾਡੇ 'ਚ ਇਹੋ ਜਿਹੀ ਭਾਵਨਾ ਆ ਜਾਂਦੀ ਆ, ਅਸੀਂ ਬਿਲਕੁਲ ਗੁਰਦੁਆਰਾ ਜਾਣਾ ਛੱਡ ਦਿੰਦੇ ਆ। ਆਪਣੇ ਬੱਚਿਆਂ ਨੂੰ ਤਾਂ ਕੀ, ਅਸੀਂ ਆਪ ਨਹੀਂ ਗੁਰਦੁਆਰੇ ਜਾਂਦੇ। ਆਪਣੀਆਂ ਬਾਹਰਲੇ ਮੁਲਕਾਂ ਦੀਆਂ ਈਰਖਾ, ਉੱਥੇ ਦੀਆਂ ਗੱਲਾਂ ਅਸੀਂ ਇੱਥੇ ਗੁਰਦੁਆਰਿਆਂ 'ਚ ਲਿਆ ਕੇ ਇਨਵੋਲਵ ਕਰਦੇ ਹਾਂ। ਸਾਡੇ ਬੱਚੇ ਜਿਹੜੇ ਅਪਰਾਮ ਹੁੰਦੇ ਨੇ, ਸਾਨੂੰ ਬੈਠ ਕੇ ਵਿਚਾਰਨਾ ਪਏਗਾ। ਜੇ ਅਸੀਂ ਕਹਿੰਦੇ ਹਾਂ ਕਿ ਸਾਡਾ ਬੱਚੇ ਸਾਡੇ ਕੱਲ੍ਹ ਦਾ ਭਵਿੱਖ ਹੈ, ਤਾਂ ਉਹ ਭਵਿੱਖ ਤਾਂ ਹੀ ਉਜਲ ਹੋ ਸਕੇਗਾ ਜੇ ਅਸੀਂ ਇਹਨਾਂ ਗੱਲਾਂ 'ਤੇ ਵਿਚਾਰ ਕਰੀਏ। ਬੋਪਰਾ ਜੀ, ਜਿਹੜਾ ਬੇਗਮਪੁਰੇ ਦਾ ਸੰਕਲਪ ਹੈ, ਸਰਬੱਤ ਦੇ ਭਲੇ ਦੀ ਗੱਲ ਹੈ। ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋ ਦੀ ਗੱਲ ਹੈ। ਅੱਬਲ ਅੱਲਾ ਨੂਰ ਪਾਏ ਦੀ ਗੱਲ ਹੈ।
ਇਹ ਸਾਰਾ ਇੱਕ ਸੰਕਲਪ ਜਿਹੜਾ ਹੈ ਇਹ ਗੁਰਬਾਣੀ ਦਾ ਹੀ ਸੰਕਲਪ ਹੈ ਜੀ ਹਾਂ। ਚਾਹੇ ਅਸੀਂ ਗੁਰਬਾਣੀ ਦੇ ਵਿੱਚੋਂ ਕਿਸੇ ਵੀ 36 ਮਹਾਂਪੁਰਸ਼ਾਂ ਨੂੰ ਵੱਖ ਕਰਕੇ ਨਹੀਂ ਦੇਖ ਸਕਦੇ ਕਿਉਂਕਿ ਉਹ ਗੁਲਦਸਤਾ ਅਧੂਰਾ ਹੋ ਜਾਏਗਾ। ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਇਹ ਜਿਹੜਾ ਬੇਗਮਪੁਰ ਦਾ ਸੰਕਲਪ ਹੈ ਜੀ, ਇਹ ਬਹੁਤ ਹੀ ਮਤਲਬ ਸਾਨੂੰ ਬਹੁਤ ਵੱਡਾ ਸੰਕਲਪ ਦਿੱਤਾ ਜੀ। ਇਹ ਬੇਗਮਪੁਰ ਦਾ ਜਿਹੜਾ ਇਹ ਕਿਸ ਤਰ੍ਹਾਂ ਦੁਨੀਆ ਦੇ ਵਿੱਚ ਸਾਡਾ ਰਾਜ ਪ੍ਰਬੰਧ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਜਿਸ ਤਰ੍ਹਾਂ ਕਿ ਮਹਾਰਾਜ ਨੇ ਸ਼ਬਦ ਗੁਰਬਾਣੀ ਚਾਹੁੰਦਾ ਬੇਗਮਪੁਰਾ ਸ਼ਹਿਰ ਕੋ ਨਾਮ ਦੁਖ ਅੰਦੋ ਨਹੀਂ ਤਾਂ ਠਾਉ ਨਾ ਤਸਰੀਜ਼ ਕਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸਵਾਲ। ਇਹ ਜੋ ਆਉਂਦਾ ਕਿ ਇਸ ਤਰ੍ਹਾਂ ਦਾ ਸਾਡਾ ਰਾਜ ਪ੍ਰਬੰਧ ਹੋਣਾ ਚਾਹੀਦਾ ਕਿ ਜਿੱਥੇ ਕੋਈ ਡਰ ਪਾ ਕੁਛ ਨਾ ਕੋਈ ਕਰ ਦਾ ਟੈਕਸ ਦਾ ਕੋਈ ਵੀ ਨਾ ਹੋਵੇ। ਔਰ ਇਹ ਅਸੀਂ ਕਿਸ ਤਰ੍ਹਾਂ ਇਹਨੂੰ ਅਪਣਾਉਣਾ ਹੈਗਾ ਇਹ ਸਾਨੂੰ ਰਲ ਮਿਲ ਕੇ ਸੋਚਣਾ ਪਊਗਾ ਕਿ ਸਾਨੂੰ ਹਰ ਇੱਕ ਨੂੰ ਬਰਾਬਰਤਾ ਦਾ ਹੱਕ ਦੇਣਾ ਪਊਗਾ ਕਿ ਸਾਨੂੰ ਦੂਸਰੀਆਂ ਕਮਿਊਨਿਟੀਆਂ ਦੇ ਨਾਲ ਵੀ ਖੁੱਲ੍ਹੇ ਦਿਲ ਦੇ ਨਾਲ ਮਿਲਣਾ ਚਾਹੀਦਾ। ਤੁਸੀਂ ਦੂਸਰੇ ਨੂੰ ਮਿਲ ਕੇ ਦੇਖੋ ਖੁੱਲ੍ਹੇ ਦਿਲ ਨਾਲ ਨੂੰ ਅਗਲੇ ਵੀ ਉਹ ਖੁੱਲ੍ਹੇ ਦਿਲ ਨਾਲ ਉਹ ਮਿਲਣਗੇ। ਤੇ ਜੋ ਬੇਗਮਪੁਰੇ ਦਾ ਸੰਕਲਪ ਹੈ ਇਹ ਜਿਸ ਤਰ੍ਹਾਂ ਕਿ ਤੁਸੀਂ ਹੁਣ ਬੇਗਮਪੁਰਾ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਇਹਦੇ ਥਰੂ ਤੁਸੀਂ ਵੱਖ-ਵੱਖ ਮਹਿਮਾਨ ਲਿਆ ਕੇ ਉਹਨਾਂ ਦੇ ਵਿਚਾਰ ਤੁਸੀਂ ਸੰਗਤਾਂ ਨੂੰ ਰੂਬਰੂ ਕਰਾਉਂਦੇ ਸਰਵਣ ਕਰਾਉਂਦੇ ਹੋ। ਇਹਦੇ ਨਾਲ ਵੀ ਬਹੁਤ ਹੀ ਜਿਹੜਾ ਕਿ ਸੰਗਤਾਂ 'ਤੇ ਪ੍ਰਭਾਵ ਪੈਂਦਾ ਔਰ ਬੇਗਮਪੁਰੇ ਸੰਕਲਪ ਦੇ ਨਾਲ ਇਹ ਸੰਗਤਾਂ ਜਿਹੜੀਆਂ ਜੁੜਦੀਆਂ। ਬਿਲਕੁਲ ਪ੍ਰਪੱਕਾ ਸਾਹਿਬ, ਜਦੋਂ ਅਸੀਂ ਗੱਲ ਕਰਦੇ ਹਾਂ ਬੇਗਮਪੁਰੇ ਦੇ ਸੰਕਲਪ ਦੀ ਗੱਲ ਕਰਦੇ ਹਾਂ ਤਾਂ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅੰਗ ਅਸੀਂ ਦੇਖ ਲਈਏ ਕਿਤੇ ਵੀ ਬੈਰ ਵਿਰੋਧ ਦੀ ਗੱਲ ਨਹੀਂ ਕੀਤੀ, ਕਿਤੇ ਵੀ ਲੜਾਈ ਝਗੜੇ ਦੀ ਗੱਲ ਨਹੀਂ ਕੀਤੀ, ਕਿਤੇ ਵੀ ਨਾਮ ਬਰਾਬਰੀ ਦੀ ਗੱਲ ਨਹੀਂ ਕੀਤੀ। ਸਗੋਂ ਉਹਨਾਂ ਨੇ ਇੱਕ ਪੂਰਨ ਤੌਰ 'ਤੇ ਪ੍ਰਮਾਣ ਦੇ ਦੇ ਕੇ ਉਹਨਾਂ ਨੇ ਸਮਝਾਇਆ ਸਾਨੂੰ। ਪਰ ਆਗੂ ਮਾੜੇ ਹੋ ਸਕਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਜਾਂ ਸਾਰੀਆਂ ਜੋਤਾਂ ਜਾਂ 36 ਮਹਾਂਪੁਰਸ਼ ਜਿਨ੍ਹਾਂ ਦਾ ਇੱਕ ਗੁਲਦਸਤਾ ਇੱਕ ਜਹਾਜ਼ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਹੈ ਉਹਨੂੰ ਅਸੀਂ ਬਿਨਾਂ ਸੋਚੇ ਸਮਝੇ ਜੇ ਭੰਡਣ ਲੱਗ ਪਈਏ ਕਿੱਥੇ ਤੱਕ ਸੱਚਾਈ ਸਮਝਦੇ ਤੁਸੀਂ? ਦੇਖੋ ਜੀ ਮੇਰੇ ਖਿਆਲ ਜਿਹੜਾ ਬੇਗਮਪੁਰਾ ਦੀ ਡੈਫੀਨੇਸ਼ਨ ਹੈ ਨਾ ਬਰਾਬਰਤਾ, ਬੇਗਮਪੁਰਾ ਮੀਨ ਬਰਾਬਰਤਾ। ਜਦ ਤੇ ਸਾਡੇ 'ਚ ਕੁਆਲਿਟੀ ਨਹੀਂ ਨਾ ਆਉਂਦੀ ਬੈਠਣ ਉੱਠਣ 'ਚ ਪੂਜਾ ਕਰਨ 'ਚ ਰੱਬ ਦਾ ਨਾਂ ਲੈਣ 'ਚ ਉਸ ਵੇਲੇ ਤੇ ਬੇਗਮਪੁਰਾ ਪੂਰਾ ਨਹੀਂ ਹੋਣਾ। ਦੇਖੋ ਸਾਨੂੰ ਤਾਂ ਦੂਜਾ ਰੱਬ ਦਾ ਨਾਂ ਲੈਣ ਦਾ ਅਸੀਂ ਅਧਿਕਾਰ ਹੈ ਨਹੀਂ ਸੀ। ਇੱਕ ਇਹਨਾਂ ਦੇ ਹਿੰਦੂ ਧਰਮ 'ਚ ਹੈਗਾ ਜੀ ਗਾਇਤਰੀ ਮੰਤਰ, ਉਹਨੂੰ ਸ਼ਵੀਤਾ ਤੇ ਵਿਸ਼ਵਮਿੱਤਰ ਨੇ ਲਿਖਿਆ। ਉਹਦੇ ਵਿੱਚ ਸੂਰਜ ਦੇਵਤੇ ਦੀ ਸਰਾਹਨਾ ਕੀਤੀ ਗਈ। ਉਹਦੇ ਲਈ ਸਿਰਫ ਬ੍ਰਾਹਮਣ ਕਸ਼ਤਰੀ ਤੇ ਵੈਸ਼ ਤਿੰਨੇ ਉਹਨੂੰ ਪੜ੍ਹ ਸਕਦੇ ਆ। ਸ਼ੂਦਰਾਂ ਨੇ ਸਾਨੂੰ ਕੋਈ ਅਧਿਕਾਰ ਨਹੀਂ ਸੀ। ਫੇਰ ਆ ਲੈ ਲਓ ਜੰਜੂ। ਜੰਜੂ ਉਹ ਕਹਿੰਦੇ ਇੱਕ ਤਾਂ ਮਾਂ ਜਨਮ ਦਿੰਦੀ ਆ ਹਿੰਦੂ ਮੈਥੋਲੋਜੀ ਦੇ ਅਨੁਸਾਰ, ਤੇ ਇੱਕ ਜਨਮ ਹੁੰਦਾ ਜਦੋਂ ਜੰਜੂ ਪਾਉਂਦਾ। ਤੇ ਬ੍ਰਾਹਮਣ 7 ਸਾਲ ਦੀ ਉਮਰ ਦੇ ਵਿੱਚ ਜੰਜੂ ਪਾਏਗਾ 3 ਧਾਗੇ। ਤੇ ਫੇਰ ਆ ਗਿਆ ਕਸ਼ਤਰੀ, ਉਹ 9 ਸਾਲ ਦੀ ਉਮਰ 'ਚ ਪਾਏਗਾ 2 ਧਾਗੇ। ਫੇਰ ਆ ਗਿਆ ਵੈਸ਼, ਉਹ 11 ਸਾਲ ਦੀ ਉਮਰ 'ਚ ਪਾਏਗਾ। ਉਹ ਵੀ ਉਹਨੂੰ ਕਿਹਾ ਵੀ ਤੂੰ ਦੂਸਰੇ ਆਪਣੇ ਗਰਮੀਆਂ ਦੀ ਰੁੱਤ ਵਿੱਚ ਹਾਂਜੀ ਤੇ ਇੱਕੋ ਹੀ ਇੱਕ ਧਾਗਾ ਉਹਦੇ ਲਈ। ਤੇ ਸ਼ੂਦਰ ਨੂੰ ਕੋਈ ਹੱਕ ਨਹੀਂ, ਸ਼ੂਦਰ ਨੂੰ ਕੋਈ ਪਾ ਨਹੀਂ, ਕਿਉਂਕਿ ਕਹਿੰਦੇ ਸ਼ੂਦਰ ਦੀ ਆਤਮਾ ਨਹੀਂ ਹੁੰਦੀ। ਤੇ ਦੇਖੋ ਮਹਾਰਾਜ ਨੇ 4 ਯੁੱਗਾਂ ਦੇ ਜੰਜੂ ਦਿਖਾਲਤੇ ਸੀ ਹਾਂਜੀ। ਗੱਲ ਉੱਥੇ ਆ ਜਾਂਦੀ ਮੁੜ ਕੇ ਜਦ ਤੇ ਬਰਾਬਰਤਾ ਨਹੀਂ ਆਉਂਦੀ ਬੇਗਮਪੁਰਾ ਤਾਂ ਹੀ ਪੂਰਾ ਹੋਣਾ ਜਦੋਂ ਅਸੀਂ ਬਰਾਬਰ ਨਹੀਂ ਹੁੰਦੇ। ਮੇਰਾ ਤਾਂ ਇਹੀ ਆ। ਤੇ ਆਪਾਂ ਸਾਰੇ ਟੋਲਰੇਸ਼ਨ ਵੀ ਚਾਹੀਦੀ, ਅੰਡਰਸਟੈਂਡਿੰਗ ਚਾਹੀਦੀ ਆ। ਹੁਣ ਜਦੋਂ ਅਸੀਂ ਬੇਨਤੀ ਕਈ ਵਾਰੀ ਕੀਤੀ ਆ, ਹੋਰ ਵੀ ਸਾਡੇ ਕਮੇਟੀ ਨਾਲ ਸੁਣ ਰਹੇ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਸਾਡੀ ਆਵਾਜ਼ ਸੁਣੋ। ਅਸੀਂ ਵੀ ਇਨਸਾਨ ਆ ਬਰਾਬਰ ਦੇ, ਅਸੀਂ ਮਹਾਰਾਜ ਦਾ ਇੰਨਾ ਸਤਿਕਾਰ ਕਰਦੇ ਹਾਂ ਦਿਲੋਂ ਹਾਂਜੀ। ਅਸੀਂ ਬਰਾਬਰ ਜਿਸ ਦਿਨ ਇਹ ਗੱਲ ਆ ਗਈ ਇਹ ਬੇਗਮਪੁਰਾ ਸਾਰੇ ਪਾਸੇ ਬੜੀ ਮੇਰੇ ਦਰਸ਼ਕੋ ਇਹ ਗੱਲ ਭਾਵੇਂ ਬੜੀ ਸਧਾਰਨ ਜਿਹੇ ਸ਼ਬਦਾਂ ਦੇ ਵਿੱਚ ਪ੍ਰਪੱਗਾ ਜੀ ਨੇ ਆਪ ਜੀ ਨਾਲ ਦੱਸੀ, ਪਰ ਜਿੰਨੇ ਵੀ ਮੇਰੇ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਦੇ ਆ, ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਦੇਖਣ ਤੋਂ ਬਾਅਦ ਜ਼ਰੂਰ ਬੈਠ ਕੇ ਸੋਚੋ ਕਿ ਗੁਰਬਾਣੀ ਨੇ ਸਾਨੂੰ ਸਮਝਾਇਆ ਕੀ ਹੈ। ਜੇ ਗੁਰਬਾਣੀ ਨੇ ਸਾਨੂੰ ਬਾਰ-ਬਾਰ ਇਹ ਗੱਲ ਸਮਝਾਈ ਹੈ ਕਿ ਭਾਈ ਸੰਗਤ ਤੇ ਪੰਗਤ ਦੀ ਗੱਲ ਕੀਤੀ ਹੈ, ਲੰਗਰ ਦੀ ਗੱਲ ਕੀਤੀ ਹੈ, ਰੋਟੀ ਤੇ ਬੇਟੀ ਦੀ ਸਾਂਝ ਦੀ ਗੱਲ ਕੀਤੀ ਹੈ, ਤਾਂ ਕੀ ਸੰਕਲਪ ਕੀ ਵਿਚਾਰਧਾਰਾ ਹੈ ਇਸ ਦੇ ਪਿੱਛੇ? ਇਹ ਗੱਲ ਜ਼ਰੂਰ ਸੋਚਣੀ ਪਏਗੀ। ਜੇ ਅਸੀਂ ਕਿਸੇ ਨੂੰ ਮਾੜਾ ਕਹਾਂਗੇ ਤਾਂ ਪਹਿਲਾਂ ਅਸੀਂ ਸਾਡੀ ਜ਼ੁਬਾਨ ਸਾਡੀ ਜੀਭ ਆਪਣੇ ਆਪ ਨੂੰ ਮਾੜਾ ਕਹੇਗੀ ਤਾਂ ਦੂਜੇ ਤੱਕ ਉਹ ਆਵਾਜ਼ ਪਹੁੰਚੇਗੀ।
ਸਮਾਜ ਨੂੰ ਇੱਕ ਬਣਾਉਣਾ, ਇਕਸਾਰ ਬਣਾਉਣਾ, ਬਰਾਬਰ ਬਣਾਉਣਾ ਕਿੱਦਾਂ ਬਣਨਾ, ਇਹ ਸਾਰਿਆਂ ਦੀ ਹੀ ਜ਼ਿੰਮੇਵਾਰੀ ਹੈ। ਸਾਰੇ ਹੀ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਗੁਰਬਾਣੀ ਨੂੰ ਸਮਝਣ, ਸੋਚਣ ਤੇ ਇੰਪਲੀਮੈਂਟ ਕਰਨ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਹੀ ਤਬਦੀਲੀ ਆ ਸਕਦੀ। ਸਮਾਜ ਮੇਰੇ ਦਰਸ਼ਕੋ ਤੁਸੀਂ ਅਸੀਂ ਹੋ। ਸਮਾਜ ਕੋਈ ਓਪਰੀ ਗੱਲ ਨਹੀਂ ਹੈ, ਸਮਾਜ ਕੋਈ ਕਿਸੇ ਹੋਰ ਪਾਸਿਓਂ ਨਹੀਂ ਆਉਣਾ। ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹਾ ਸੰਸਕਾਰ ਦਿੰਦੇ ਹਾਂ, ਉਹੋ ਜਿਹਾ ਸਮਾਜ ਬਣੇਗਾ, ਉਹੋ ਜਿਹੀ ਉਹਨਾਂ ਦੀ ਵਿਚਾਰਧਾਰਾ ਬਣੇਗੀ। ਜੇ ਅਸੀਂ ਉਹਨਾਂ ਨੂੰ ਜਾਤ ਪਾਤ ਸਿਖਾਉਂਦੇ ਹਾਂ, ਜੇ ਅਸੀਂ ਉਹਨਾਂ ਨੂੰ ਵੈਦ ਵਿਰੋਧ ਸਿਖਾਉਂਦੇ ਹਾਂ, ਜੇ ਸਾਨੂੰ ਕਈ ਤਰ੍ਹਾਂ ਦੇ ਗਲਤ ਗੱਲਾਂ ਸਿਖਾਉਂਦੇ ਹਾਂ, ਤਾਂ ਸਾਡੇ ਬੱਚੇ ਬਿਲਕੁਲ ਗਲਤ ਹੋਣਗੇ। ਅਸੀਂ ਫਿਰ ਬਾਅਦ ਵਿੱਚ ਪਛਤਾਵਾਂਗੇ। ਗੁਰਬਾਣੀ ਆਪ ਜੀ ਨੂੰ ਬਾਰ-ਬਾਰ ਸਮਝਾ ਰਹੀ ਹੈ, ਸਾਨੂੰ ਸਮਝਣ ਦੀ ਲੋੜ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੋਪਰਾ ਜੀ ਇਹਦੇ ਬਾਰੇ? ਗੁਰਬਾਣੀ ਸਾਨੂੰ ਜਿਹੜੀ ਹੈ ਇਹ ਵਹਿਮਾਂ ਭਰਮਾਂ ਚੋਂ ਗੁਰੂ ਸਾਹਿਬ ਕੱਢਦੀ ਹੈ ਜੀ, ਕਿਉਂਕਿ ਅਸੀਂ ਵਹਿਮਾਂ ਭਰਮਾਂ 'ਚ ਵੀ ਬਹੁਤ ਫਸੇ ਹਾਂ ਜੀ। ਜਿਸ ਤਰ੍ਹਾਂ ਕਿ ਪਹਿਲਾਂ ਇਤਿਹਾਸ ਹੁੰਦਾ ਸੀ, ਅਸੀਂ ਫਿਲਮਾਂ 'ਚ ਦੇਖਿਆ ਕਿ ਦੁਆ ਇਹ ਪਿਲੋ ਦਾ ਆਰਾਮ ਤੁਹਾਨੂੰ ਆਊਗਾ, ਜੀ ਜੀ ਜੀ, ਵਰਤ ਤੁਸੀਂ ਰੱਖੋ ਉਮਰ ਮੇਰੀ ਲੰਬੀ ਵਧੂਗੀ, ਜੀ ਜੀ ਜੀ, ਮੇਰੀ ਲੰਬੀ ਹੋਗੀ। ਇਹ ਕਿੰਨੀ ਹਾਸੋਹੀਣੀ ਗੱਲ ਹੈ, ਕਿੰਨੀ ਹਾਸੋਹੀਣੀ ਗੱਲ ਹੈ। ਲੇਕਿਨ ਗੁਰਬਾਣੀ ਇਹਨੂੰ ਖੰਡਨ ਕਰਦੀ ਹੈ। ਕਹਿੰਦੇ ਗੁਰਬਾਣੀ ਦਾ ਛੋੜ ਅੰਨ ਕਰੇ ਵਖੰਡ ਨਾ ਉਹ ਸੁਹਾਗਣ ਨਾ ਉਹ ਰੰਡ। ਫਿਰ ਇਸ ਤਰ੍ਹਾਂ ਦੇ ਪਖੰਡ ਜੋ ਵੀ ਕਰਦਾ ਹੈ, ਕੋਈ ਅੰਨ ਛੱਡੇ, ਕੋਈ ਵੀ ਨਾ ਉਹ ਸੁਹਾਗਣ ਨਾ ਉਹ ਰੰਡ 'ਚ ਕਿਸੇ ਪਾਸੇ ਨਹੀਂ ਆਉਂਦਾ। ਕੋਈ ਇਸ ਤਰ੍ਹਾਂ ਦੇ ਜਿਹੜੇ ਆ ਉਹ ਇਹ ਜਿਹੜੇ ਪਖੰਡਵਾਦ ਇਹ ਛੱਡਣਾ ਚਾਹੀਦਾ। ਕਿ ਜਿਹੜੀ ਗੁਰਬਾਣੀ ਆ ਇਹ ਸਾਰੀ ਪਖੰਡਵਾਦ ਦੇ ਇਹ ਖਿਲਾਫ ਹੈ। ਇਹ ਬ੍ਰਾਹਮਣਵਾਦ ਅਖੰਡ ਭਾਰਤ ਦੇ ਜੋ ਊਚ ਨੀਚ ਉਹਨੂੰ ਬਰਾਬਰਤਾ ਦਿੰਦੀ ਹੈ, ਉਹਦੇ ਖਿਲਾਫ ਹੈ। ਜਿਸ ਤਰ੍ਹਾਂ ਕਿ ਅਸੀਂ ਕਹਿੰਦੇ ਹਾਂ ਜਿੱਦਾਂ ਗੁਰਬਾਣੀ ਦਾ ਸ਼ਾਇਦ ਗੁਜ਼ਰੀ ਦਾ ਸਤਿਗੁਰੂ ਦਾਸ ਚਾਹਨ ਕੀਤਾ, ਦੂਤ ਤੇ ਵਛਰੇ ਤੁਹਾਨੂੰ ਬਟਾਰਿਓ, ਫੂਲ ਮੀਨ ਵਗਾਰਿਓ, ਮੈਲਾ ਘਰ ਬੇਰੇ ਹੈ ਹੋਏਗਾ, ਬਿਖ ਅਮਰਤ ਵਸੇ ਸੰਗਾ, ਧੂਪ ਦੀਪ ਨਹੀਂ ਵਿਵਾਸਾ, ਕੈਸੇ ਪੂਛ ਕਰੇ ਤੇ ਦਾਸਾ, ਤਨ ਮਨ ਅਰਥ ਪਾਉ ਪੂਛ ਰਹਾ ਗੁਰ ਪ੍ਰਸਾਦ ਨਿਰੰਜਨ ਪਾਉ। ਕਿ ਇਹ ਵਹਿਮਾਂ ਭਰਮਾਂ ਨੂੰ ਛੱਡ ਕੇ ਕਿ ਆ ਤੇ ਇਹ ਬਛੜੇ ਦੁੱਧ ਚੁੰਗਲਿਆ, ਦੁੱਧ ਝੂਠਾ ਹੋ ਗਿਆ, ਇਹ ਜਿਹੜਾ ਇਹ ਜਲ ਹੈ ਇਹ ਮੱਛੀ ਨੇ ਇਹ ਮੱਛੀ ਵੇਚ ਕੇ ਇਹ ਝੂਠਾ ਹੋ, ਕਹਿੰਦੇ ਵੀ ਇਹ ਨਹੀਂ, ਇਹਦਾ ਉੱਪਰ ਉੱਠ ਕੇ ਤਨ ਮਨ ਅਰਪਉ, ਤਨ ਤੇ ਮਨ ਦੇ ਨਾਲ ਜੋ ਵੀ ਕੰਮ ਕਰਨਾ ਉਹਦੀ ਪੂਜਾ ਕਰਨੀ, ਤਨ ਮਨ ਅਰਪੂਤ ਪਰ ਜਾਉ तो गुरप्रसाद निरंजन पाऊँ। और गुरु की कृपा के नाल वो जिहड़ा निरंजन वो पाया जा सकता। कि सानू जिहड़े बच्चों नूं सानू जिहड़े जन्म माँ बाप दिंदे आ, लेकिन शिक्षा वो गुरु दिंदा। गुरु बिन ज्ञान कहाँ से पाऊँ, कि गुरु तो बिना गुरु बिन घोर अंधार, गुरु बिन समझ ना आवे। हाँ, कुंभे बद्दा जल है, जल बिन कुंभ ना होए, ज्ञान का बद्दा मन रहे, गुरु बिन ज्ञान ना होए। क्योंकि ज्ञान तो जेड़ा मन साडा भटकदा रहिंदा, कि ये जे मन किद्दां टिका रहिंदा ਉਹ ਗਿਆਨ ਦੇ ਨਾਲ ਆਉਂਦਾ। ਉਹ ਗਿਆਨ ਕਿੱਥੋਂ ਮਿਲਣਾ, ਉਹ ਗੁਰੂ ਤੋਂ ਮਿਲਣਾ। ਬਿਲਕੁਲ, ਕਿਉਂਕਿ ਇਹ ਜਿਹੜੀ ਗੁਰਬਾਣੀ ਇਹ 36 ਮਹਾਂਪੁਰਸ਼ਾਂ ਦੀ ਬਾਣੀ ਹੈ ਔਰ ਧੁਰਕੀ ਬਾਣੀ ਹੈ। ਬਿਲਕੁਲ ਬੋਪਰਾ ਜੀ, ਬਹੁਤ ਬਹੁਤ ਤੁਹਾਡਾ ਇਸ ਇਹ ਜਿਹੜੇ ਵਿਚਾਰ ਹੈ ਤੁਹਾਡੇ ਬਹੁਤ ਸੋਹਣੇ ਵਿਚਾਰ ਹੈ, ਸੁਣਨ ਨੂੰ ਬੜਾ ਦਿਲ ਕਰਦਾ, ਪਰ ਸਮਾਂ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ। ਪ੍ਰਪਾਗਾ ਸਾਹਿਬ, ਪ੍ਰੋਗਰਾਮ ਦੇ ਅਖੀਰ 'ਚ ਕੀ ਕਹਿਣਾ ਚਾਹੁੰਦੇ ਸਾਰੀਆਂ ਸੰਗਤਾਂ ਨੂੰ, ਸਾਰੇ ਦਰਸ਼ਕਾਂ ਨੂੰ? ਮੈਂ ਤਾਂ ਇਹੀ ਬੇਨਤੀ ਕਰਦਾ ਕਿ ਰਲ ਮਿਲ ਕੇ ਰਹੋ, ਆਪਣੀ ਇੱਜ਼ਤ ਕਰੋ। ਜੇ ਅਸੀਂ ਕਿਸੇ ਦੀ ਇੱਜ਼ਤ ਨਹੀਂ ਕਰਾਂ ਉਹ ਤੁਹਾਡੀ ਕਿੱਦਾਂ ਕਰਨਗੇ? ਬਿਲਕੁਲ। ਤਾਂ ਜੋ ਵੀ ਪੁਰਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਰਵਿਦਾਸ ਮਹਾਰਾਜ ਨੂੰ ਮੱਥਾ ਟੇਕਦਾ, ਉਹ ਸਾਰੇ ਭਾਈਚਾਰਾ ਇੱਕ ਬਣਨਾ ਚਾਹੀਦਾ। ਜਦੋਂ ਅਸੀਂ ਇੱਕ ਹੋ ਗਏ, ਸਾਡੇ ਤੇ ਅੱਜ ਜਿੱਦਾਂ ਦੇ ਕੱਲੂਕਾਰਾ ਹੋਇਆ 84 ਜਾਂ ਹੋਰ, ਇਹ ਮੁੜ ਕੇ ਅਸੀਂ ਘੱਟ ਗਿਣਤੀ 'ਚ ਨਹੀਂ ਫਿਰਨਾ। ਬਿਲਕੁਲ। ਇਹ ਜੇ ਇਹ ਸੋਚ ਬਣਾ ਲੈਣਾ, ਜਿੰਨੇ ਵੀ ਹੈ ਸਿੱਖ ਧਰਮ ਦੇ ਲੋਕ ਆ, ਸਾਰਿਆਂ ਨਾਲ ਚਲੋ। ਜਿਹੜਾ ਗੁਰੂ ਗ੍ਰੰਥ ਸਾਹਿਬ ਯਕੀਨ ਰੱਖਦਾ ਉਹਨਾਂ ਨਾਲ ਰੱਖੋ। ਔਰ ਗੁਰਬਾਣੀ ਦਾ ਜਿਹੜੇ ਮਨੁੱਖਤਾ ਨੂੰ ਸਾਰੇ ਨੂੰ ਕਲਾਵੇ 'ਚ ਲੈਂਦੀ ਗੁਰੂ ਗ੍ਰੰਥ ਸਾਹਿਬ, ਉਹ ਜੋ ਵੀ ਆ ਉਹਦੇ ਵਿੱਚ ਇਹ ਵਿਤਕਰਾ ਨਾ ਕਰੋ। ਜਿਹੜਾ ਪੜ੍ਹਦਾ ਇਹਨੂੰ ਥੋੜ੍ਹੇ ਜਿਹੇ ਦਾਇਰੇ 'ਚ ਨਾ ਰੱਖੋ ਕਿ ਸਿਰਫ ਅੰਮ੍ਰਿਤਧਾਰੀ ਜਿਹਨੂੰ ਪੜ੍ਹ ਸਕਦਾ ਜੇ, ਇਹਨੂੰ ਖੁੱਲ੍ਹਾ ਕਰੋ। ਹੈ ਇਹ ਤਾਂ ਐਡਾ ਬੜਾ ਸਮੁੰਦਰ ਆ, ਹੈ ਜੀ। ਬਿਲਕੁਲ। ਤੇ ਇਹ ਹਰ ਇੱਕ ਦੀ ਇਹਦੀ ਪਹੁੰਚ ਹੋਣੀ ਚਾਹੀਦੀ ਆ, ਤਾਂ ਫਿਰ ਸਾਡਾ ਅਸੀਂ ਤਰੱਕੀ ਕਰ ਸਕਦੇ। ਬੋਪਰਾ ਜੀ, ਤੁਸੀਂ ਕੀ ਕਹਿਣਾ ਕੁਝ ਮਿੰਟਾਂ 'ਚ? ਗੁਰਬਾਣੀ ਸਾਨੂੰ ਨਿਮਾਣਿਆਂ ਨੂੰ ਮਾਣ ਤੇ ਤਾਣਿਆਂ ਨੂੰ ਤਾਣ ਬਖਸ਼ਦੀ ਆ ਜੀ। ਕਿ ਸਾਨੂੰ ਗੁਰਬਾਣੀ ਦੇ ਵਿੱਚ ਸਾਨੂੰ ਸਭ ਕੁਝ ਸਾਨੂੰ ਸੇਧ ਮਿਲਦੀ ਆ। ਇਸ ਤਰ੍ਹਾਂ ਕਿ ਸ਼ੋਅ ਸਮਾਂ ਸਰ ਆਪਾਂ ਸੁਣਿਆ, ਗੁਰਬਾਣੀ ਸਾਨੂੰ ਜਨਮ ਤੋਂ ਲੈ ਕੇ ਮਰਨ ਤੱਕ ਸਾਨੂੰ ਸੋਧ ਦਿੰਦੀ ਆ, ਸੇਧ ਦਿੰਦੀ ਸਾਨੂੰ ਕੀ ਕਰਨਾ ਚਾਹੀਦਾ, ਔਰ ਸਾਨੂੰ ਗਿਆਨ ਦਿੰਦੀ ਆ। ਕਿ ਜੋ ਉਪਜਿਓ ਸੋ ਬਿਨ ਸਹਿ ਪਰੋ ਅੱਜ ਕੇ ਕਾਲ, ਨਾਨਕ ਹਰ ਗੁਣ ਗਾਲੇ ਛਾੜ ਸਗਲ ਜਾਲ। ਕਿ ਜਿਹੜਾ ਇੱਕ ਆਇਆ ਉਹਨੇ ਜਾਣਾ ਹੀ ਜਾਣਾ, ਲੇਕਿਨ ਉਸ ਇੱਕ ਦੇ ਨਾਲ ਸਾਨੂੰ ਜ਼ਰੂਰ ਜੁੜਨਾ ਚਾਹੀਦਾ। ਔਰ ਸਤ ਸੰਗਤ ਮਿਲੀਏ ਮਾਧੋ ਜੈਸੇ ਮਤ ਮੁਖੀਰਾ। ਕਿਉਂਕਿ ਸਤ ਸੰਗਤ ਦੇ ਵਿੱਚ ਪਿਆਰ ਦੇ ਨਾਲ ਸਾਨੂੰ ਸ਼ਹਿਦ ਦੀਆਂ ਮੱਖੀਆਂ ਵਾਂਗੂ ਮਿਲ ਜੁਲ ਕੇ ਰਹਿਣਾ ਚਾਹੀਦਾ। ਔਰ ਇਸ ਤਰ੍ਹਾਂ ਪਿਆਰ ਭਾਵਨਾ ਦੇ ਨਾਲ ਰਹਿਣਾ ਚਾਹੀਦਾ। ਔਰ ਸਾਰਿਆਂ ਦਾ ਪਿਆਰ ਵਧੇ,
ਤਾਂ ਪਿਆਰ ਦੇ ਨਾਲ ਜਿੱਥੇ ਪਿਆਰ ਹੈ ਉੱਥੇ ਪਰਮਾਤਮਾ ਹੈ, ਉੱਥੇ ਬੇਗਮ। ਬਿਲਕੁਲ ਮੇਰੇ ਦਰਸ਼ਕੋ, ਸਮਾਂ ਪ੍ਰੋਗਰਾਮ ਦਾ ਨੇੜੇ ਆ ਗਿਆ, ਪਰ ਇੱਕ ਗੱਲ ਮੈਂ ਆਪ ਜੀ ਨੂੰ ਕਹਿਣਾ ਕਿ ਇਸ ਪ੍ਰੋਗਰਾਮ ਤੋਂ ਬਾਅਦ ਜ਼ਰੂਰ ਬੈਠ ਕੇ ਤੁਸੀਂ ਵਿਚਾਰਨਾ ਹੈ ਕਿ ਅਸੀਂ ਕਿੱਦਾਂ ਭਾਈਚਾਰਕ ਸਾਂਝ ਵਧਾਉਣੀ ਹੈ, ਗੁਰੂ ਘਰਾਂ ਦੇ ਵਿੱਚ ਅਸੀਂ ਕਿੱਦਾਂ ਇੱਕ ਦੂਜੇ ਦੇ ਨਾਲ ਸਾਂਝਾਂ ਵਧਾਉਣੀਆਂ ਨੇ। ਜਿੱਥੇ ਗੁਰੂ ਮਹਾਰਾਜ ਪ੍ਰਕਾਸ਼ ਨੇ ਉੱਥੇ ਕੋਈ ਵੀ ਇਹੋ ਜਿਹਾ ਨਿੱਜੀ ਸਵਾਰਥਾਂ ਦੀ ਗੱਲ ਨਾ ਹੋਵੇ, ਜਾਤ ਪਾਤ ਦੀ ਗੱਲ ਨਾ ਹੋਵੇ। ਜਿਨ੍ਹਾਂ ਨੂੰ ਗੁਰਬਾਣੀ ਨੇ ਭੰਡਿਆ, ਜਿਨ੍ਹਾਂ ਗੱਲਾਂ ਨੂੰ, ਉਹ ਅਸੀਂ ਜਦੋਂ ਵਿਸਾਰਾਂਗੇ ਤਾਂ ਅਸੀਂ ਇੱਕ ਭਾਈਚਾਰਕ ਸਾਂਝ ਦੇ ਵਿੱਚ, ਇੱਕ ਮਾਲਾ ਦੇ ਵਿੱਚ ਪਰੋਵਾਂਗੇ, ਤਾਂ ਅਸੀਂ ਇੱਕ ਦੂਜੇ ਨੂੰ ਬਾਰਾਂ ਖਿਲਾਰ ਕੇ ਇੱਕ ਦੂਜੇ ਦੀ ਆਓ ਭਗਤ ਕਰਾਂਗੇ, ਇੱਕ ਦੂਜੇ ਨੂੰ ਮਿਲਾਂਗੇ। ਇਹੀ ਗੱਲ ਗੁਰਬਾਣੀ ਦਾ ਇਹ ਸਾਨੂੰ ਸੰਦੇਸ਼ ਹੈ, ਇਹੀ ਬੇਗਮਪੁਰੇ ਦਾ ਸੰਕਲਪ ਹੈ। ਅਸੀਂ ਅੱਵਲ ਅੱਲਾ ਦੇ ਆਧਾਰ 'ਤੇ ਚੱਲਣਾ ਹੈ। ਅਸੀਂ ਇੱਕ ਹਾਂ, ਇੱਕ ਨੂਰ ਤੋਂ ਪੈਦਾ ਹੋਇਆ, ਹਰ ਇੱਕ ਨੂਰ ਵਿੱਚ ਜਾਣਾ ਹੈ। ਸੋ ਇਹ ਗੱਲ ਨੂੰ ਅਸੀਂ ਮੁੱਖ ਰੱਖ ਕੇ ਚੱਲਣਾ ਹੈ। ਸੋ ਬੇਗਮਪੁਰੇ ਦਾ ਸੰਕਲਪ ਸਾਡਾ ਤਾਂ ਹੀ ਪੂਰਾ ਹੋਵੇਗਾ ਜੇ ਤੁਸੀਂ ਸਾਰੇ ਇਹਨਾਂ ਹੱਦਾਂ ਬੰਦੀਆਂ ਨੂੰ ਤੋੜੋ, ਸਮਾਜਿਕ ਕੁਰੀਤੀਆਂ ਨੂੰ ਛੱਡ ਕੇ ਆਪਾਂ ਸਾਰਿਆਂ ਨੂੰ ਗਲਵੱਕੜੀ ਪਾ ਕੇ ਬੜੀਏ। ਅਤੇ ਜਿੱਥੇ ਰਵਿਦਾਸੀਆ ਭਾਈਚਾਰੇ ਦੀ ਗੱਲ ਕਰਦੇ ਹਾਂ, ਉੱਥੇ ਬਾਕੀ ਸਾਰੇ ਸਿੱਖ ਪਰਿਵਾਰਾਂ ਦੀ, ਸਿੱਖ ਸਮਾਜ ਦੀ ਗੱਲ ਕਰਦੇ ਹਾਂ ਕਿ ਆਓ ਆਪਾਂ ਸਾਰੀਆਂ ਬੰਦਰਾਂ ਨੂੰ ਤੋੜ ਦਈਏ। ਇਹ ਸਮਾਜਿਕ ਜਿਹੜੀਆਂ ਮਨੂ ਨੇ ਇਹ ਬੰਦਾਂ, ਇਹ ਹੱਦਾਂ ਬੰਦੀਆਂ ਲਾਈਆਂ ਨੇ, ਉਹਨਾਂ ਨੂੰ ਤੋੜ ਕੇ ਆਓ ਗਲਵੱਕੜੀ ਪਾਈਏ ਅਤੇ ਇੱਕ ਗੁਰੂ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਿਸ਼ਨ ਦੇ ਵਿੱਚ ਜੁੜ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਈਏ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੀਏ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਕਈ ਵਾਰੀ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨਹੀਂ ਕਹਿਣੀਆਂ ਚਾਹਦੇ, ਉਹ ਵਿੱਚ ਕੋਈ ਐਸੀ ਗੱਲ ਕਹਿ ਹੋ ਜਾਂਦੀ ਜਿਹਦੇ ਨਾਲ ਤੁਹਾਡਾ ਮਨ ਦੁਖਿਆ ਹੋਵੇ, ਉਹਦੀ ਖਿਮਾ। ਅਗਲੇ ਪ੍ਰੋਗਰਾਮ ਵਿੱਚ ਨਵੀਆਂ ਸ਼ਖਸੀਅਤਾਂ ਫਿਰ ਆਪ ਜੀ ਦੇ ਰੂਬਰੂ ਕਰਾਂਗਾ। ਉਦੋਂ ਤੱਕ ਰੱਖੋ ਆਪਣਾ ਖਿਆਲ, ਦਿਓ ਆਗਿਆ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ। बेगमपुरा शहर को बेगमपुरा शहर को बेगमपुरा शहर सम्राट वडा